Hello guys, my name is Gurleen Kaur. Welcome back to my channel. So as you know कि ਅਸੀਂ IAS ਦੇ ਸਿਲੇਬਸ ਦੇ ਰਿਗਾਰਡਿੰਗ ਜਾਂ ਕੋਈ ਵੀ ਬੱਚਾ ਜੋ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਫॉर ਐਨੀ ਸਟੇਟ ਉਹਦੇ ਰਿਗਾਰਡਿੰਗ ਮੈਂ ਮਾਡਰਨ ਹਿਸਟਰੀ ਦੀ ਸੀਰੀਜ਼ ਐਂਡ ਇਕੋਨਮੀ ਦੀ ਸੀਰੀਜ਼ ਸਟਾਰਟ ਕੀਤੀ ਹੈ ਤੇ ਆਉਣ ਵਾਲੇ ਟਾਈਮ 'ਚ ਆਈ ਵਿਲ ਬੀ ਕਵਰਿੰਗ ਮਿਡੀਵਲ ਹਿਸਟਰੀ ਏਂਸ਼ੀਅੰਟ ਹਿਸਟਰੀ ਜੀਓਗ੍ਰਾਫੀ ਤੇ ਹੋਰ ਵੀ ਜੋ ਤੁਹਾਡੇ ਸਬਜੈਕਟਸ ਨੇ ਐਥਿਕਸ ਵਗੈਰਾ ਅਸੀਂ ਉਹ ਵੀ ਕਵਰ ਕਰਾਂਗੇ ਸੋ ਇਕੋਨਮੀ ਦੀ ਜੋ ਅਸੀਂ ਸੀਰੀਜ਼ ਸਟਾਰਟ ਕੀਤੀ ਸੀ ਇਸ ਦੇ ਵਿੱਚ ਅਸੀਂ ਹੁਣ ਤੱਕ 3-4 ਲੈਕਚਰਸ ਜੋ ਨੇ ਉਹ ਲੈ ਚੁੱਕੇ ਹਾਂ ਜਿਸ 'ਚ ਅਸੀਂ ਮੈਕਰੋ ਇਕੋਨਮੀ ਬਾਰੇ ਮਾਈਕਰੋ ਇਕੋਨਮੀ ਬਾਰੇ ਪੜ੍ਹਿਆ ਸੀ ਬੇਸਿਕ ਆਈਡੀਆ ਲਿੱਤਾ ਸੀਗਾ ਦੈਨ ਅਸੀਂ ਕੈਪੀਟਲਿਸਟ ਸੋਸ਼ਲਿਸਟ ਐਂਡ ਮਿਕਸਡ ਇਕੋਨਮੀ ਬਾਰੇ ਵੇਖਿਆ ਸੀਗਾ ਦੈਨ ਅਸੀਂ ਪ੍ਰੋ ਕ੍ਰੋਨੀ ਸਿਸਟਮ ਵੇਖਿਆ ਸੀ ਉਸ ਤੋਂ ਬਾਅਦ ਅਸੀਂ ਫਿਆਟ ਮਨੀ ਬਾਰੇ ਵੇਖਿਆ ਸੀ ਮਨੀ ਦਾ ਐਵੋਲਿਊਸ਼ਨ ਕਿੱਦਾਂ ਹੋਇਆ ਮਨੀ ਤੋਂ ਪਹਿਲਾਂ ਕੀ ਸੀਗਾ ਜੋ ਅਸੀਂ ਯੂਜ਼ ਕਰਦੇ ਸੀਗੇ ਫੋਰ ਐਕਸਚੇਂਜ ਅਤੇ ਉਸ ਤੋਂ ਬਾਅਦ ਅਸੀਂ ਵੇਖਿਆ ਕਿ ਮਨੀ ਤੋਂ ਬਾਅਦ ਹੌਲੀ ਹੌਲੀ ਅਸੀਂ ਕਿਸ ਸਿਸਟਮ ਦੇ ਟੂਵਰਡਸ ਗਏ ਹੈ ਕੀ ਚੀਜ਼ਾਂ ਆਈਆਂ ਨੇ ਕਿਵੇਂ ਕਿਵੇਂ ਐਵੋਲਿਊਸ਼ਨ ਹੋਇਆ ਹੈ ਦੈਨ ਅਸੀਂ ਚੈੱਕ ਵਗੈਰਾ ਬਾਰੇ ਪੜ੍ਹਿਆ ਠੀਕ ਹੈ ਅਤੇ ਫਿਆਟ ਮਨੀ ਲੀਗਲ ਟੈਂਡਰ ਅਨਲਿਮਿਟਿਡ ਲੀਗਲ ਟੈਂਡਰ ਠੀਕ ਹੈ ਇਹਦੇ ਬਾਰੇ ਵੇਖਿਆ ਦੈਨ ਅਸੀਂ ਬਲੋਕਚੇਨ ਟੈਕਨੋਲੋਜੀ 'ਤੇ ਇੱਕ ਡੈਡੀਕੇਟਿਡ ਵੀਡੀਓ ਜੋ ਸੀ ਮੈਂ ਲੈ ਕੇ ਆਈ ਸੀ ਅਸੀਂ ਉੱਥੇ ਬਲੋਕਚੇਨ ਟੈਕਨੋਲੋਜੀ ਬਾਰੇ ਪੜ੍ਹਿਆ ਦੈਨ ਅਸੀਂ ਕ੍ਰਿਪਟੋ ਕਰੰਸੀਜ਼ ਬਾਰੇ ਪੜ੍ਹਿਆ ਨੋਨ ਫੰਜੀਬਲ ਟੋਕਨ ਡੀਪ ਵੈਬ ਸਰਫੇਸ ਵੈਬ ਡਾਰਕ ਵੈਬ ਇਹ ਸਾਰਾ ਕਵਰ ਕਰ ਚੁੱਕੇ ਹਾਂ ਸੋ ਫਾਈਨਲੀ ਅਸੀਂ ਮਨੀ ਦੇ ਰਿਗਾਰਡਿੰਗ ਲਾਈਕ 99% ਪੜ੍ਹ ਲਿਆ ਜੋ ਵੀ ਸੀ ਇੰਪੋਰਟੈਂਟ ਹੁਣ ਅਸੀਂ ਸਟਾਰਟ ਕਰਾਂਗੇ ਬੈਂਕਿੰਗ ਬਾਰੇ ਔਰ ਅਗਰ ਥੋੜ੍ਹਾ ਬਹੁਤਾ ਮਨੀ ਦਾ ਰਹਿ ਵੀ ਗਿਆ ਦੈਟ ਵਿਲ ਬੀ ਕਵਰਡ ਇਨ ਬੈਂਕਿੰਗ ਟੋਪਿਕ ਸੋ ਡੋਂਟ ਵਰੀ ਅਬਾਊਟ ਦੈਟ ਅਤੇ ਅੱਜ ਅਸੀਂ ਚਲੋ ਫਿਰ ਸਟਾਰਟ ਕਰਦੇ ਹਾਂ ਲੈਟਸ ਗੈਟ ਸਟਾਰਟਿਡ ਸੋ ਅਗਰ ਅਸੀਂ ਵੇਖੀਏ ਬੈਂਕ ਕੀ ਹੁੰਦਾ ਹੈ ਤੁਸੀਂ ਡੇਲੀ ਆਪਣੀ ਟ੍ਰਾਂਜੈਕਸ਼ਨਸ ਕਰਨ ਲਈ ਤੁਹਾਨੂੰ ਪਤਾ ਹੈ ਕਿ ਜੋ ਵੀ ਤੁਹਾਨੂੰ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਉਹ ਬੈਂਕ ਦੁਆਰਾ ਦਿੱਤੀਆਂ ਜਾਂਦੀਆਂ ਨੇ ਰਾਈਟ ਸੋ ਬੈਂਕ ਜੋ ਹੈ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਠੀਕ ਹੈ ਜਿਸ ਨੂੰ ਲਾਇਸੈਂਸ ਮਿਲਿਆ ਹੋਇਆ ਟੂ ਰਿਸੀਵ ਡਿਪੋਜ਼ਿਟ ਐਂਡ ਮੇਕ ਲੋਨਸ ਕਿ ਕੋਈ ਵੀ ਤੁਸੀਂ ਅਮਾਊਂਟ ਡਿਪੋਜ਼ਿਟ ਕਰਵਾਉਣੀ ਹੈ ਰਾਈਟ ਤੁਸੀਂ ਬੈਂਕ ਦੇ ਵਿੱਚ ਜਾਂਦੇ ਹੋ ਠੀਕ ਹੈ ਅਗਰ ਤੁਸੀਂ ਲੋਨ ਵਗੈਰਾ ਲੈਣਾ ਹੈ ਹਾਊਸਿੰਗ ਲੋਨ ਐਜੂਕੇਸ਼ਨ ਲੋਨ ਜਾਂ ਕੋਈ ਵੀ ਲੋਨ ਲੈਣਾ ਹੈ ਦੈਨ ਤੁਸੀਂ ਬੈਂਕ ਕੋਲ ਜੋ ਹੈ ਜਾਂਦੇ ਹੋ ਠੀਕ ਹੈ ਔਰ ਬੈਂਕ ਤੁਹਾਨੂੰ ਲੋਨ ਜੋ ਹੈ ਪ੍ਰੋਵਾਈਡ ਕਰਵਾਉਂਦਾ ਹੈ ਠੀਕ ਹੈ ਅਤੇ ਬੈਂਕਸ ਜੋ ਹੈ ਉਹ ਐਜ਼ ਅ ਇੰਟਰਮੀਡੀਏਰੀ ਕੰਮ ਕਰਦਾ ਹੈ ਠੀਕ ਹੈ ਬਿਟਵੀਨ ਡਿਪੋਜ਼ਿਟਰਸ ਐਂਡ ਬੋਰੋਅਰਸ ਕਿ ਇੱਕ ਬੰਦਾ ਜੋ ਹੈ ਉਹ ਮਨੀ ਡਿਪੋਜ਼ਿਟ ਕਰਵਾਊਗਾ ਠੀਕ ਹੈ ਅਤੇ ਉਹ ਜੋ ਡਿਪੋਜ਼ਿਟਿਡ ਮਨੀ ਆ ਉਹ ਬੈਂਕ ਦੇ ਵਿੱਚ ਜਾ ਕੇ ਕੀ ਹੋਊਗੀ ਸੇਵ ਰਹੂਗੀ ਠੀਕ ਹੈ ਬਾਅਦ ਦੇ ਵਿੱਚ ਉਹ ਸਾਹਮਣੇ ਵਾਲਾ ਬੰਦਾ ਜਿਸ ਨੇ ਮਨੀ ਡਿਪੋਜ਼ਿਟ ਕਰਵਾਈ ਹੈ ਉਹ ਜਦੋਂ ਉਹਦਾ ਮਨ ਕੀਤਾ ਉਹ ਮਨੀ ਨੂੰ ਵਾਪਿਸ ਜੋ ਹੈ ਕਢਵਾ ਵੀ ਸਕਦਾ ਹੈ ਇਨ ਟਾਈਮ ਆਫ ਨੀਡ ਆਫ ਟਾਈਮ ਸੋਰੀ ਅਤੇ ਉਸ ਤੋਂ ਬਾਅਦ ਜੋ ਬੈਂਕ ਕੋਲ ਮਨੀ ਡਿਪੋਜ਼ਿਟ ਹੁੰਦੀ ਹੈ ਬੈਂਕ ਉਸੇ ਮਨੀ ਨੂੰ ਅੱਗੇ ਲੋਨਸ ਦੇ ਵਿੱਚ ਵੀ ਚੁਕਵਾਉਂਦਾ ਹੈ ਠੀਕ ਹੈ ਸੋ ਬੇਸਿਕਲੀ ਜੋ ਬੈਂਕ ਹੈ ਉਹ ਇਸੀ ਲਾਈਕ ਤਰੀਕੇ ਨਾਲ ਇੱਕ ਸਿਸਟਮੈਟਿਕ ਵੇ ਨਾਲ ਕੰਮ ਕਰਦੇ ਨੇ ਕਿ ਬੈਂਕ ਨੂੰ ਅਰਨਿੰਗ ਕਿੱਥੋਂ ਹੁੰਦੀ ਹੈ ਬੈਂਕ ਨੂੰ ਅਰਨਿੰਗ ਇੱਥੇ ਹੀ ਹੁੰਦੀ ਹੈ ਜੋ ਡਿਪੋਜ਼ਿਟਰਸ ਆਪਣੀ ਮਨੀ ਬੈਂਕਸ ਦੇ ਵਿੱਚ ਡਿਪੋਜ਼ਿਟ ਕਰਵਾਉਂਦੇ ਨੇ ਉਹੀ ਜੋ ਮਨੀ ਹੈ ਬੈਂਕ ਅੱਗੇ ਲੋਨ 'ਤੇ ਚੁਕਵਾ ਦਿੰਦਾ ਹੈ ਉਸ 'ਤੇ ਬੈਂਕ ਜੋ ਹੈ ਇੰਟਰਸਟ ਵਗੈਰਾ ਬੈਂਕ ਨੂੰ ਮਿਲਦਾ ਹੈ ਵਿਆਜ ਵਗੈਰਾ ਠੀਕ ਹੈ ਉਹੀ ਜੋ ਹੁੰਦਾ ਹੈ ਉਸਦਾ ਪ੍ਰੋਫਿਟ ਹੁੰਦਾ ਹੈ ਠੀਕ ਹੈ ਇਹ ਸਭ ਤੋਂ ਬੇਸਿਕ ਚੀਜ਼ ਜੋ ਕਿ ਮੋਸਟ ਆਫ ਯੂ ਪੀਪਲ ਤੁਹਾਨੂੰ ਪਤਾ ਹੀ ਹੋਊਗੀ ਅਤੇ ਬਾਕੀ ਬੈਂਕ ਜੋ ਅਰਨ ਕਰਦਾ ਹੈ ਮਤਲਬ ਵੈਸੇ ਤਾਂ ਇਹੀ ਇੱਕ ਤਰੀਕਾ ਹੈ ਬੈਂਕ ਦੀ ਅਰਨਿੰਗ ਦਾ ਬਟ ਇੱਕ ਦੋ ਹੋਰ ਤਰੀਕੇ ਨੇ ਉਹ ਅਸੀਂ ਅੱਗੇ ਪੜ੍ਹਾਂਗੇ ਠੀਕ ਹੈ ਅਤੇ ਅੱਗੇ ਅਸੀਂ ਚੱਲਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ਟ੍ਰਾਂਜੈਕਸ਼ਨਸ ਠੀਕ ਹੈ ਟ੍ਰਾਂਜੈਕਸ਼ਨਸ ਜੋ ਨੇ ਉਹ ਕਿੰਨੀ ਟਾਈਪਸ ਦੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਦੇਖੋ ਇੱਥੇ ਲਿਖਿਆ ਹੋਇਆ ਨੈਫਟ ਦੀ ਫੁੱਲ ਫਾਰਮ ਹੈ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਦੈਨ ਹੈ RTGS ਦੈਟ ਇਜ਼ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਦੈਨ ਉਸ ਤੋਂ ਬਾਅਦ ਹੈ IMPS ਇਮੀਡੀਏਟ ਪੇਮੈਂਟ ਸਰਵਿਸ ਠੀਕ ਹੈ ਹੁਣ ਇਹ ਜਿਹੜੀਆਂ ਚੀਜ਼ਾਂ ਹੈ ਅਸੀਂ ਇਹਨੂੰ ਬਾਰੀ ਕਰਕੇ ਸਟੱਡੀ ਕਰਾਂਗੇ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਨੈਫਟ ਬਾਰੇ
ਦੇਖੋ ਸਲਾਈਡਸ ਦੇ ਵਿੱਚ ਹਰ ਚੀਜ਼ ਐਡ ਨਹੀਂ ਕੀਤੀ ਜਾ ਸਕਦੀ, ਤਾਂ ਕਰਕੇ ਮੈਂ ਇੱਥੇ ਜੋ ਇੰਪੋਰਟੈਂਟ ਹੈ ਉਹ ਐਡ ਕਰਤਾ। ਬਾਕੀ ਤੁਸੀਂ ਵੀਡੀਓ ਸੁਣੋਗੇ ਉਸ 'ਚ ਮੈਂ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਗੱਲਾਂ ਦੱਸਾਂਗੀ ਜੋ ਇੱਥੇ ਐਡਿਡ ਨਹੀਂ ਨੇ। ਅਤੇ ਤੁਸੀਂ ਅਗਰ ਤੁਹਾਨੂੰ ਕੋਈ ਵੀ ਡਾਊਟ ਵਗੈਰਾ ਹੈ, ਤੁਹਾਡੀ ਕੋਈ ਵੀ ਕੁਐਰੀ ਹੈ, ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਨੀਚੇ ਮੈਂਸ਼ਨ ਕਰ ਸਕਦੇ ਹੋ। ਨੈਫਟ ਦੇਖਦੇ ਹਾਂ। ਇਟ ਸਟੈਂਡਸ ਫॉर ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ। ਇਟ ਵਾਸ ਸਟਾਰਟਡ ਇਨ 2005। ਦੇਖੋ ਜਿਹੜਾ ਨੈਫਟ ਹੈ, ਨੈਫਟ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਕਿਸੇ ਨੇ ਵੀ ਪੇਮੈਂਟ ਕਰਨੀ ਹੈ, UPI ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਅਗਰ ਕਿਸੇ ਨੇ ਵੀ ਇਲੈਕਟ੍ਰੋਨਿਕਲੀ ਪੇਮੈਂਟ ਕਰਨੀ ਹੁੰਦੀ ਸੀ, ਉਹ ਨੈਫਟ ਜਾਂ RTGS ਦੇ ਥਰੂ ਕਰਦੇ ਸੀਗੇ। ਅਤੇ ਨੈਫਟ ਜੋ ਹੈ ਇਹਦੇ ਵਿੱਚ ਜੋ ਟ੍ਰਾਂਜੈਕਸ਼ਨ ਹੁੰਦੀ ਹੈ ਨਾ, ਉਹ ਅੱਧੇ ਘੰਟੇ ਦੇ ਲਾਈਕ ਬੇਸਿਸ 'ਤੇ ਹੁੰਦੀ ਹੈ, ਹਾਫ ਆਵਰਲੀ ਬੇਸਿਸ 'ਤੇ ਇੱਥੇ ਕੀ ਹੁੰਦੀ ਹੈ ਟ੍ਰਾਂਜੈਕਸ਼ਨਸ ਜਿਹੜੀ ਹੈਗੀਆਂ ਉਹ ਕੀਤੀਆਂ ਜਾਂਦੀਆਂ ਨੇ। ਇਹ ਬੈਚਿਸ 'ਚ ਓਪਰੇਟ ਕਰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਦੀ ਹਾਂ ਫੋਰ ਐਗਜ਼ਾਮਪਲ ਕਿ ਇੱਕ ਹੁੰਦੀ ਹੈ ਰੀਅਲ ਟਾਈਮ ਇਨ ਪੇਮੈਂਟ, ਕਿ ਤੁਸੀਂ ਬੈਂਕ ਗਏ, ਤੁਸੀਂ ਪੈਸੇ ਟ੍ਰਾਂਸਫਰ ਕਰੇ, ਸਾਹਮਣੇ ਵਾਲੇ ਬੰਦੇ ਨੂੰ ਉਦੋਂ ਹੀ ਪੈਸੇ ਮਿਲ ਗਏ। ਲੇਕਿਨ ਨੈਫਟ 'ਚ ਇੱਦਾਂ ਬਿਲਕੁਲ ਵੀ ਨਹੀਂ ਹੁੰਦਾ। ਨੈਫਟ 'ਚ ਜੋ ਪੈਸੇ ਹੈ ਤੁਹਾਡੇ ਲਾਈਕ ਉਹ ਹਾਫ ਐਨ ਆਵਰ ਜਾਂ ਤੁਸੀਂ ਲਗਾ ਲਓ ਕਿ 15 ਮਿੰਟਸ, ਹਾਫ ਐਨ ਆਵਰ ਜਾਂ ਉਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ। ਮੋਸਟਲੀ ਅਸੀਂ ਹਾਫ ਐਨ ਆਵਰ ਲੈ ਕੇ ਚੱਲਦੇ ਹਾਂ। ਸੋ ਅਗਰ ਤੁਸੀਂ ਮੰਨ ਲਓ ਉੱਥੇ 9 ਵਜੇ ਜਾ ਕੇ ਪੈਸੇ ਜੋ ਹੈ ਡਿਪੋਜ਼ਿਟ ਕਰਾਏ ਹੈ, ਮਤਲਬ ਕਿਸੇ ਨੂੰ ਦੂਸਰੇ ਨੂੰ ਤੁਸੀਂ ਉਹ ਭਿਜਵਾਣੇ ਨੇ, ਤਾਂ ਉਹ ਅਗਰ ਤੁਸੀਂ 9 ਵਜੇ ਜਾ ਰਹੇ ਹੋ ਤਾਂ ਤੁਹਾਡੀ ਜੋ ਟ੍ਰਾਂਜੈਕਸ਼ਨ ਹੈ ਉਹ ਅੱਧੇ ਘੰਟੇ ਬਾਅਦ ਹੋਊਗੀ। ਮਤਲਬ ਲਾਈਕ 9:30 ਵਾਲੇ 9:30 ਵਜੇ ਵਾਲਿਆਂ ਦੀ 10 ਵਜੇ, 10 ਵਜੇ ਵਾਲਿਆਂ ਦੀ 10:30, ਠੀਕ ਹੈ। ਸੋ ਇੱਦਾਂ ਹੁੰਦਾ ਹੈ ਦੈਟ ਪੇਮੈਂਟ ਵਿਲ ਬੀ ਟ੍ਰਾਂਸਫਰ ਇਨ ਹਾਫ ਆਵਰ ਆਫ ਟਾਈਮ, ਕਿ ਅੱਧੇ ਘੰਟੇ ਦੇ ਵਿੱਚ ਪੇਮੈਂਟ ਹੁੰਦੀਆਂ ਨੇ। ਅਤੇ ਇਹ ਜਿਹੜੀ ਸਿਸਟਮ ਸੀ ਇਹ ਸਟਾਰਟ ਕੀਤਾ ਗਿਆ ਸੀ 2005 ਦੇ ਵਿੱਚ, ਠੀਕ ਹੈ। ਅਤੇ ਇਸ ਨੂੰ ਜੋ ਓਨ ਕਰਦਾ ਅਤੇ ਓਨਿੰਗ ਵੀ ਇਹਦੀ ਅਤੇ ਆਪਰੇਸ਼ਨਸ ਵੀ ਇਹਦੇ RBI ਦੁਆਰਾ ਕੀਤੇ ਜਾਂਦੇ ਨੇ। ਅਤੇ ਨੈਫਟ ਦੀ ਜੋ ਟ੍ਰਾਂਜੈਕਸ਼ਨਸ ਹੈ ਉਹ ਤੁਸੀਂ 24/7 ਕਰ ਸਕਦੇ ਹੋ। ਐਕਚੁਅਲੀ ਪਹਿਲਾਂ ਇਹ 24/7 ਨਹੀਂ ਸੀਗੀ, ਆਈ ਥਿੰਕ ਇਹਦੀ ਟਾਈਮਿੰਗ ਕੁਛ ਹੋਰ ਸੀ। ਇਹ ਰੀਸੈਂਟਲੀ ਹੀ ਹੋਇਆ, ਪਤਾ ਨਹੀਂ RTGS 'ਚ ਹੋਇਆ, ਆਈ ਥਿੰਕ, ਹਾਂਜੀ RTGS 'ਚ ਹੋਇਆ, ਨੈਫਟ 'ਚ ਨਹੀਂ। ਡੋਂਟ ਵਰੀ ਅਬਾਊਟ ਦੈਟ। ਹੁਣ ਦੀ ਇਹ ਜਿਹੜੀ ਮੈਂ ਲਿਖਿਆ ਹੋਇਆ 24/7 ਇਹ ਰੀਸੈਂਟ ਅਪਡੇਟ ਹੈ, ਸੋ ਤੁਸੀਂ ਇੱਥੇ ਰਿਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਮੈਂ ਚੀਜ਼ ਤੁਹਾਨੂੰ ਦੱਸਦੀ ਕਿ ਇਹ ਜੋ ਓਪਰੇਟ ਕਰਦਾ ਦੈਟ ਇਜ਼ ਇਨ ਬੈਚਿਸ ਆਫ ਹਾਫ ਆਵਰ, ਠੀਕ ਹੈ। ਅਤੇ ਹੋਰ ਅਗਰ ਇਹਦੇ ਬਾਰੇ ਮੈਂ ਦੱਸਾਂ ਕਿ ਅਗਰ ਹੋਰ ਇਹਦੇ ਬਾਰੇ ਸਾਨੂੰ ਪੜ੍ਹਨਾ ਹੋਵੇ ਕਿ ਜਿਵੇਂ ਫਰੀਕੁਐਂਟਲੀ ਆਸਕਡ ਕੁਐਸਚਨਸ ਹੁੰਦੇ ਨੇ, ਹੈ ਨਾ, ਇਹ ਮੈਂ ਉੱਥੇ ਦੀ ਜਿਹੜੀ ਸਾਈਟ ਹੈ ਬੈਂਕ ਦੀ ਹੀ, ਉੱਥੇ ਤੋਂ ਹੀ ਇਹ RBI ਦੀ ਸਾਈਟ ਤੋਂ ਹੀ ਮੈਂ ਡਾਟਾ ਜਿਹੜਾ ਹੈਗਾ ਇੱਥੇ ਐਡ ਔਨ ਕੀਤਾ ਹੈ। ਅਤੇ ਤੁਸੀਂ ਵੇਖ ਸਕਦੇ ਹੋ ਕਾਫੀ ਔਥੈਂਟਿਕ ਡਾਟਾ ਹੈ ਇਹ। ਇਹਦੇ ਵਿੱਚ ਸਭ ਕੁਛ ਲਿਖਿਆ ਹੋਇਆ ਕਿ ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਸਿਸਟਮ ਇੱਕ ਐਸਾ ਸਿਸਟਮ ਹੈ ਜਿਸ 'ਚ ਤੁਸੀਂ ਪੇਮੈਂਟ ਵਗੈਰਾ ਕਰ ਸਕਦੇ ਹੋ, ਠੀਕ ਹੈ, ਇਲੈਕਟ੍ਰੋਨਿਕਲੀ ਕਿਸੇ ਨੂੰ ਵੀ। ਅਤੇ ਇਹ ਓਨਡ ਐਂਡ ਓਪਰੇਟ ਕਰਿਆ ਜਾਂਦਾ ਬਾਈ RBI। ਕੁਐਸਚਨ ਆ ਜਾਂਦਾ ਹੈ ਕਿ ਕੋਈ ਲਿਮਿਟ ਹੈ ਫੰਡ ਜਾਂ ਅਮਾਊਂਟ 'ਤੇ ਜੋ ਕਿ ਤੁਸੀਂ ਨੈਫਟ ਸਿਸਟਮ ਦੇ ਥਰੂ ਜੋ ਹੈ ਕਿਸੇ ਨੂੰ ਭੇਜਦੇ ਹੋ, ਤਾਂ ਇੱਥੇ ਲਿਖਿਆ ਹੋਇਆ ਕਿ ਨਹੀਂ, ਇੱਥੇ ਕੋਈ ਵੀ ਲਿਮਿਟ ਨਹੀਂ ਹੈ। RBI ਨੇ ਤਾਂ ਇਹ ਕਿਹਾ ਕਿ ਅਗਰ ਤੁਸੀਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰ ਰਹੇ ਹੋ ਕੋਈ ਵੀ ਲਿਮਿਟ ਨਹੀਂ ਹੈ। ਲੇਕਿਨ ਹਾਊਐਵਰ ਅਗਰ ਓਬਵੀਅਸ ਹੈ, ਹੁਣ ਤੁਸੀਂ ਮੰਨ ਲਓ ਕੋਈ ਬੰਦਾ ਇਲੈਕਟ੍ਰੋਨਿਕਲੀ ਨਾ ਪੈਸੇ ਉੱਥੇ ਬੈਂਕ ਦੀ ਬ੍ਰਾਂਚ 'ਚ ਜਾਵੇ, ਠੀਕ ਹੈ, ਬੈਂਕ ਦੀ ਬ੍ਰਾਂਚ 'ਚ ਜਾ ਕੇ ਉਹ ਪੈਸੇ ਸੈਂਡ ਕਰੇ, ਤਾਂ ਬੈਂਕ ਜੋ ਹੈ ਉਹ ਸਰਟਨ ਅਮਾਊਂਟ ਜਿਹੜੀ ਹੈਗੀ ਹੈ ਲਾਈਕ ਲਿਮਿਟ ਵਗੈਰਾ ਲਗਾ ਸਕਦਾ ਹੈ, ਠੀਕ ਹੈ। ਉਹ ਡਿਪੈਂਡ ਕਰਦਾ ਉਸ ਬੈਂਕ, ਉੱਥੇ ਲਿਖੀ ਹੋਈ ਹੈ ਨਾ, ਹਾਊਐਵਰ ਅ ਮੈਂਬਰ ਬੈਂਕ ਮੇ ਪਲੇਸ ਅਮਾਊਂਟ ਲਿਮਿਟ ਬੇਸਡ ਔਨ ਇਟਸ ਓਨ ਰਿਸਕ ਪਰਸੈਪਸ਼ਨ ਵਿਦ ਦ ਅਪਰੂਵਲ ਆਫ ਇਟਸ ਬੋਰਡ, ਕਿ ਬੈਂਕ ਆਪਣੇ ਬੋਰਡ ਮੈਂਬਰਸ ਨਾਲ ਡਿਸਾਈਡ ਕਰਕੇ ਕੋਈ ਵੀ ਜੋ ਲਿਮਿਟ ਹੈ ਉਹ ਲਗਾ ਸਕਦਾ। ਬਟ RBI ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਤਰਫ ਤੋਂ ਤਾਂ ਕੋਈ ਲਿਮਿਟ ਨਹੀਂ ਹੋਊਗੀ, ਠੀਕ ਹੈ। ਸੋ ਇਨ ਨੈਫਟ ਦੇयर ਇਜ਼ ਨੋ ਲਿਮਿਟ imposed ਬਾਈ RBI, but yes, respective bank can impose limit based on their own risk। ਹੁਣ ਨੈਕਸਟ ਕੁਐਸਚਨ ਆ ਜਾਂਦਾ ਹੈ ਕਿ ਜੋ ਨੈਫਟ ਸਿਸਟਮ ਹੈ ਕਿ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਫੰਡ ਭੇਜਣਾ ਹੈ, ਈਵਨ ਦੋਜ਼ ਪੀਪਲ ਹੂ ਡਜ਼ਨਟ ਹੈਵ ਦੇਅਰ ਬੈਂਕ ਅਕਾਊਂਟ।
ਤਾਂ ਯੈਸ ਇਹਦੇ 'ਚ ਲਿਖਿਆ ਹੋਇਆ ਕਿ ਪਰਸਨ ਜਿਸ ਦਾ ਖੁਦ ਦਾ ਬੈਂਕ ਅਕਾਊਂਟ ਨਹੀਂ ਹੈ ਉਹ ਵੀ ਪੈਸੇ ਨੈਫਟ ਦੇ ਦੁਆਰਾ ਦੂਸਰੇ ਬੰਦੇ ਨੂੰ ਭੇਜ ਸਕਦਾ ਹੈ, ਠੀਕ ਹੈ। ਅਤੇ ਬਟ ਸਾਹਮਣੇ ਵਾਲੇ ਦਾ ਬੈਂਕ ਅਕਾਊਂਟ ਹੋਣਾ ਚਾਹੀਦਾ, ਉਸ ਦਾ ਓਬਵੀਅਸ ਹੈ ਨਾ, ਤਾਂ ਹੀ ਤਾਂ ਕਿਸੇ ਬੈਂਕ ਅਕਾਊਂਟ 'ਤੇ ਜੋ ਹੈ ਉਹ ਪੈਸੇ ਭੇਜੇ ਜਾਣਗੇ, ਠੀਕ ਹੈ। ਅਤੇ ਇਹ ਇਸ 'ਚ ਬਸ ਹਾਂ ਤੁਸੀਂ ਇੰਨਾ ਹੀ ਯਾਦ ਰੱਖਣਾ। ਬਟ ਹਾਂ ਇੱਥੇ ਇੱਕ ਚੀਜ਼ ਹੋਰ ਹੈ, ਇਹ ਉਰੇ ਦੇਖੋ ਤੁਸੀਂ ਦੇਖ ਸਕਦੇ ਹੋ, ਇੱਥੇ ਲਿਖੀ ਹੋਈ ਹੈ, ਜਸਟ ਅ ਮੋਮੈਂਟ, ਕਿ ਅਗਰ ਲਾਈਕ ਕੋਈ ਬੰਦਾ ਜਿਸ ਦਾ ਆਪਣਾ ਬੈਂਕ ਅਕਾਊਂਟ ਨਹੀਂ ਹੈ ਔਰ ਉਹ ਨੈਫਟ ਸਿਸਟਮ ਯੂਜ਼ ਕਰ ਰਿਹਾ, ਤਾਂ ਜਿਹੜੀ ਟ੍ਰਾਂਜੈਕਸ਼ਨ ਲਿਮਿਟ ਹੈ ਉਸ ਕੇਸ ਦੇ ਵਿੱਚ ਲੱਗ ਸਕਦੀ ਹੈ, ਦੈਟ ਇਜ਼ 50,000 ਰੁਪੀਜ਼। ਆ ਦੇਖੋ 50,000 ਪਰ ਟ੍ਰਾਂਜੈਕਸ਼ਨ, ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ, ਬਿਕੋਜ਼ ਕੁਐਸਚਨਸ ਨਾ ਤੁਹਾਨੂੰ ਸਿੱਧੇ ਸਿੱਧੇ ਨਹੀਂ ਦਿੰਦੇ, ਉਹ ਕੁਝ ਚੀਜ਼ਾਂ ਘੁਮਾ ਕੇ ਦਿੰਦੇ ਨੇ। ਤਾਂ ਜੋ ਹੋ ਰਿਹਾ ਉਹ ਨਾ ਦੇਖੋ, ਮਤਲਬ ਲਾਈਕ ਜੋ ਸਭ ਨੂੰ ਪਤਾ ਹੈ ਉਹ ਤਾਂ ਪੜ੍ਹੋ ਹੀ ਪੜ੍ਹੋ, ਬਟ ਜੋ ਸਭ ਨੂੰ ਨਹੀਂ ਪਤਾ ਜਾਂ ਕੋਈ ਐਸਾ ਪੁਆਇੰਟ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਅਲੱਗ ਹੈ, ਤਾਂ ਲਾਈਕ ਐਕਸੈਪਸ਼ਨਲ ਕੇਸਿਸ ਅਗਰ ਤੁਹਾਨੂੰ ਕੋਈ ਲੱਗਦਾ ਦੈਨ ਉਹ ਤਾਂ ਜ਼ਰੂਰ ਵੇਖੋ ਹੀ ਵੇਖੋ, ਕਿ ਮੋਸਟ ਆਫ ਦਾ ਕੁਐਸਚਨਸ ਜੋ ਨੇ ਉਹਦੇ ਵਿੱਚੋਂ ਹੀ ਬਣਦੇ ਨੇ। ਹੁਣ ਅਸੀਂ ਅੱਗੇ ਚੱਲਦੇ ਹਾਂ। ਹਾਂਜੀ, ਨੈਕਸਟ ਜਿਹੜੀ ਚੀਜ਼ ਹੈ ਉਹ ਹੈ ਕਿ ਕਿਆ ਮੈਂ ਜੋ ਫੰਡ ਟ੍ਰਾਂਸਫਰ ਕਰ ਸਕਦਾ ਆਪਣੇ ਰਿਲੇਟਿਵ ਨੂੰ ਜੋ ਕਿ ਅਬਰੋਡ ਦੇ ਵਿੱਚ ਰਹਿ ਰਿਹਾ ਥਰੂ ਨੈਫਟ ਸਿਸਟਮ। ਤਾਂ ਇਹਦੇ ਵਿੱਚ ਲਿਖਿਆ ਹੋਇਆ ਕਿ ਇੱਕ ਚੀਜ਼ ਹੋਰ, ਚਲੋ ਪਹਿਲਾਂ ਅਸੀਂ ਇਹੀ ਪੁਆਇੰਟ ਪੜ੍ਹ ਲੈਂਦੇ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਦਾ ਆਊਟਬਾਊਂਡ ਰੈਮਿਟੈਂਸਿਸ ਥਰੂ ਨੈਫਟ ਸਿਸਟਮ are permitted only to Nepal under Indo-Nepal Remittance Facility Scheme. Under this scheme, the remitter can transfer funds from any of the NEFT-enabled bank branches in India to Nepal, irrespective of whether the beneficiary in Nepal maintains an account with a bank branch in Nepal or not. The beneficiary would receive funds in Nepalese rupees. ਇੱਥੇ ਇਹ ਬੇਸਿਕਲੀ ਇਹ ਲਿਖਿਆ ਹੋਇਆ ਕਿ ਜੋ ਇੰਡੀਅਨ ਗਵਰਨਮੈਂਟ ਹੈ ਉਸਦਾ ਨੇਪਾਲ ਗਵਰਨਮੈਂਟ ਦੇ ਨਾਲ ਇੱਕ ਐਗਰੀਮੈਂਟ ਹੈ, ਅਤੇ ਉਸ ਐਗਰੀਮੈਂਟ ਦੇ ਵਿੱਚ ਦੈਟ ਇਜ਼ ਇੰਡੋ ਨੇਪਾਲ ਰੈਮਿਟੈਂਸ ਐਗਰੀਮੈਂਟ, ਠੀਕ ਹੈ। ਅਤੇ ਉਸਦੇ ਵਿੱਚ ਮੈਕਸੀਮਮ ਜੋ ਹੈ ਪਰਸਨ ਜੋ ਹੈ ਉਹ 50,000 ਇਨ ਵਨ ਟ੍ਰਾਂਜੈਕਸ਼ਨ ਸੈਂਡ ਕਰ ਸਕਦਾ ਹੈ। ਔਰ ਇਸ ਐਗਰੀਮੈਂਟ ਦੇ ਅਕੋਰਡਿੰਗ ਜੋ ਇੰਡੀਅਨ ਨੈਸ਼ਨਲਸ हैं दे कैन सेंड मैक्सिमम 50,000 टू नेपाल इन वन ट्रांजैक्शन। और RBI जो है वो अलाउ करता है ओनली 12 ट्रांजैक्शन इन 1 ईयर, ठीक है। तो मीनस एक ईयर ਦੇ ਵਿੱਚ ਤੁਸੀਂ 6 ਲੱਖ ਤੋਂ ਜ਼ਿਆਦਾ ਜੋ ਹੈ ਉਹ ਨਹੀਂ ਸੈਂਡ ਕਰ ਸਕਦੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਚਾਰਜਿਸ ਵਗੈਰਾ ਦਾ ਕੀ ਸਿਸਟਮ ਹੈ। ਜਸਟ ਅ ਮੋਮੈਂਟ, ਹਾਂਜੀ ਇੱਥੇ ਲਿਖਿਆ ਹੋਇਆ। ਸੋ ਓਪਰੇਟਿੰਗ ਆਵਰਸ ਦੇਖ ਲੈਂਦੇ ਆ ਪਹਿਲਾਂ। ਚਾਰਜਿਸ ਬਾਰੇ ਆਈ ਥਿੰਕ ਅੱਗੇ ਦਿੱਤਾ ਹੋਇਆ, ਬਟ ਮੈਂ ਤੁਹਾਨੂੰ ਇੱਥੇ ਦੱਸ ਦਿੰਦੀ ਆ ਕਿ ਵੈਸੇ ਤਾਂ ਟ੍ਰਾਂਜੈਕਸ਼ਨ ਦੇ ਦੌਰਾਨ ਕੋਈ ਵੀ ਟ੍ਰਾਂਜੈਕਸ਼ਨ ਫੀ ਜਾਂ ਚਾਰਜ ਵਗੈਰਾ ਨਹੀਂ ਲਿੱਤਾ ਜਾਂਦਾ RBI ਦੁਆਰਾ। ਬਟ ਅਗਰ ਤੁਸੀਂ ਇਸ ਚੀਜ਼ ਨੂੰ ਨੈਫਟ ਜੋ ਹੈ ਤੁਸੀਂ ਡਿਜੀਟਲੀ ਕਰਦੇ ਹੋ, ਠੀਕ ਹੈ। ਲਾਈਕ ਇੱਕ ਤਾਂ ਤੁਸੀਂ ਨੈਫਟ ਕਰੋਗੇ ਕਿ ਤੁਸੀਂ ਬ੍ਰਾਂਚ ਦੇ ਵਿੱਚ ਜਾ ਰਹੇ ਹੋ, ਇੱਕ ਤੁਸੀਂ ਕਰ ਸਕਦੇ ਹੋ ਡਿਜੀਟਲੀ। ਤਾਂ ਅਗਰ ਤੁਸੀਂ ਡਿਜੀਟਲੀ ਕਰ ਰਹੇ ਹੋ ਉੱਥੇ ਤੁਹਾਨੂੰ ਕੋਈ ਵੀ ਫੀਸ ਜਾਂ ਚਾਰਜ ਨਹੀਂ ਦੇਣਾ ਪਊਗਾ। ਬਟ ਅਗਰ ਤੁਸੀਂ ਨੈਫਟ ਦਾ ਯੂਜ਼ ਕਰ ਰਹੇ ਹੋ ਬਾਈ ਗੋਇੰਗ ਟੂ ਬੈਂਕ ਬ੍ਰਾਂਚ, ਉੱਥੇ ਫਿਰ ਬੈਂਕ ਜੋ ਹੈ ਤੁਹਾਨੂੰ ਕੁਛ ਚਾਰਜ ਜਿਹੜਾ ਹੈਗਾ ਉਹ ਇੰਪੋਜ਼ ਕਰ ਸਕਦਾ। ਹਾਂਜੀ, ਅਤੇ ਹੋਰ ਅਸੀਂ ਗੱਲ ਕਰੀਏ ਓਪਰੇਟਿੰਗ ਆਵਰਸ ਨੈਫਟ ਦੇ ਕੀ ਨੇ। ਜੋ ਨੈਫਟ ਸਿਸਟਮ ਹੈ ਉਹ ਅਵੇਲੇਬਲ ਹੈ ਹਰ ਦਿਨ 24/7/365 ਬੇਸਿਸ, ਪੂਰੇ ਸਾਲ, ਪੂਰਾ ਹਫਤਾ, ਪੂਰੇ ਦਿਨ, ਠੀਕ ਹੈ। ਔਰ ਇਹ ਤਾਂ ਅਸੀਂ ਪੜ੍ਹ ਲਿਆ ਕਿ ਇਹ ਓਪਰੇਟ ਕਰਦਾ ਬੈਚਿਸ 'ਚ ਹਾਫ ਆਵਰਲੀ ਇੰਟਰਵਲ 'ਤੇ ਥਰੂ ਆਊਟ ਦਾ ਡੇ, ਠੀਕ ਹੈ। ਅਤੇ ਇਹ ਚੀਜ਼ ਜੋ ਹੈ ਤੁਸੀਂ ਇੱਕ ਵਾਰ ਖੁਦ ਤੋਂ ਰੀਡ ਕਰ ਲਿਓ। ਲੈਟਸ ਮੂਵ ਫਰਦਰ। ਅਤੇ ਨੀਚੇ ਇੱਕ ਚੀਜ਼ ਵੀ ਦੇ ਰੱਖੀ ਹੈ ਕਿ ਅਸੈਂਸ਼ੀਅਲ ਕੀ ਨੇ ਡਿਟੇਲਸ ਦੇ। ਇਹ ਇੰਪੋਰਟੈਂਟ ਨਹੀਂ ਹੈ, ਤੁਸੀਂ ਇਸ ਨੂੰ ਸਕਿਪ ਕਰ ਸਕਦੇ ਹੋ। ਇਹ ਜਸਟ ਮੈਂ ਵੈਸੇ ਹੀ ਐਡ ਕਰਤਾ ਸੀਗਾ। ਹਾਂਜੀ, ਇੱਕ ਸੈਕਿੰਡ। ਹੁਣ ਗੱਲ ਕਰਦੇ ਹਾਂ ਵਟ ਆਰ ਦਾ ਕਸਟਮਰ ਚਾਰਜਿਸ ਲਿਵਾਈਡ ਬਾਈ ਬੈਂਕ ਫੋਰ ਨੈਫਟ ਟ੍ਰਾਂਜੈਕਸ਼ਨ। ਕਸਟਮਰ ਚਾਰਜਿਸ ਕੀ ਨੇ, ਇੱਥੇ ਦੇਖੋ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਵੈਸੇ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹਦੇ ਬਾਰੇ ਪਿੱਛੇ ਹੁਣੇ ਸਲਾਈਡਸ 'ਚ, ਜਸਟ ਮੈਂ ਹੁਣੇ ਦੱਸ ਕੇ ਹਟੀ ਸੀ, ਦੁਬਾਰਾ ਦੱਸ ਦਿੰਦੀ ਹਾਂ
कि कोई भी चार्जेस नहीं है, ठीक है। तो लेकिन बैंक जो है वो अपने अकॉर्डिंग लगा सकता है, ठीक है। वैसे ऑर्डर मिलिਆ ਹੋਇਆ ਬੈਂਕਸ ਨੂੰ ਵੀ that bank have been advised to not levy any charges from their saving bank account holder for NEFT fund transfer initiated online with effect from January 1 2020। ਸੋ ਇਹ ਜਨਵਰੀ 1 2020 ਨੂੰ ਬੋਲ ਦਿੱਤਾ ਗਿਆ ਸੀਗਾ ਕਿ ਬੈਂਕ ਜਿਹੜੇ ਹੈਗੇ ਉਹ ਕੋਈ ਵੀ ਚਾਰਜ ਨਹੀਂ ਲਗਾਉਂਗੇ ਉਨ ਪਰਸਨਸ ਤੋਂ ਜਿਨ੍ਹਾਂ ਦਾ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਬੈਂਕ ਅਕਾਊਂਟ ਹੈ, ਠੀਕ ਹੈ। ਔਰ ਅਗਰ ਹੁਣ ਨੈਫਟ ਜੋ ਹੈ ਨੈਫਟ ਦੇ ਥਰੂ ਫੰਡ ਟ੍ਰਾਂਸਫਰ ਕਰ ਰਹੇ ਨੇ ਔਨਲਾਈਨ, ਠੀਕ ਹੈ। ਅਤੇ ਇਹ ਚੀਜ਼ 2020 'ਚ ਬੋਲੀ ਗਈ ਸੀ ਅਤੇ ਅੱਜ ਜੋ ਮੈਂ ਲੈਕਚਰ ਰਿਕਾਰਡ ਕਰ ਰਹੀ ਹਾਂ ਦੈਟ ਇਜ਼ ਦਸੰਬਰ 2023 ਦੇ ਵਿੱਚ ਮੈਂ ਕਰ ਰਹੀ ਹਾਂ। ਅੱਜ 5 ਤਰੀਕ ਹੈ। ਸੋ ਅਪਡੇਟਸ ਦੇਖੋ ਹੁੰਦੀਆਂ ਰਹਿੰਦੀਆਂ ਨੇ, ਟਾਈਮਿੰਗ ਤੁਸੀਂ ਆਪਣੇ ਅਕੋਰਡਿੰਗਲੀ ਚੈੱਕ ਕਰ ਸਕਦੇ ਹੋ। ਅਤੇ ਇੱਥੇ ਬਾਕੀ ਲਿਖਿਆ ਹੋਇਆ ਹੈ, ਇਹ ਤੁਸੀਂ ਇੰਨੀ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਇੰਨਾ ਤੁਹਾਨੂੰ ਨਹੀਂ ਪੁੱਛਿਆ ਜਾਊਗਾ। ਹਾਂ ਲੇਕਿਨ ਤੁਸੀਂ ਅਗਰ ਆਪ ਪੜ੍ਹਨਾ ਚਾਹੁੰਦੇ ਹੋ ਆਪਣੀ ਕਿਊਰੀਓਸਿਟੀ ਲਈ ਦੈਨ ਤੁਸੀਂ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ RTGS ਦੀ। RTGS ਕੀ ਹੁੰਦਾ ਹੈ? RTGS ਦਾ ਮਤਲਬ ਹੈ ਰੀਅਲ ਟਾਈਮ ਗ੍ਰੌਸ ਸੈਟਲਮੈਂਟਸ। ਇਸ ਦਾ ਮਤਲਬ ਹੈ ਕਿ ਜੋ ਪੇਮੈਂਟ ਹੋਊਗੀ, ਦੇਖੋ ਜੋ RTGS ਹੈ ਮੈਂ ਇੱਥੇ ਲਿਖ ਦਿੰਦੀ ਹਾਂ, ਜੋ RTGS ਹੈ ਔਰ ਜੋ ਨੈਫਟ ਹੈ, ਠੀਕ ਹੈ, ਇਹ ਦੋਨੋਂ ਜਿਹੜੇ ਹੈ ਅਕਾਊਂਟ ਅਕਾਊਂਟ ਟ੍ਰਾਂਸਫਰ ਹੁੰਦੇ ਆ। ਮਤਲਬ ਕਿ ਇਹਦੇ 'ਚ ਤੁਸੀਂ ਅਕਾਊਂਟ ਟੂ ਅਕਾਊਂਟ ਕਿਆ ਕਰ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ, ਠੀਕ ਹੈ। ਔਰ ਵੈਦਰ ਤੁਸੀਂ ਇਹਨੂੰ ਇੰਟਰ ਬੈਂਕ ਕਰੋ, ਠੀਕ ਹੈ। ਇੰਟਰ ਬੈਂਕ ਮਤਲਬ SBI ਟੂ ਲਾਈਕ ਐਕਸਿਸ ਬੈਂਕ, ਜਾਂ ਤੁਸੀਂ ਇਸ ਨੂੰ ਕਰ ਦਿਓ ਇੰਟਰਾ ਬੈਂਕ ਲਾਈਕ SBI ਟੂ SBI, ਠੀਕ ਹੈ। ਸੋ ਇਹ ਦੋਨੋਂ ਤਰੀਕੇ ਨਾਲ ਜਿਹੜੇ ਨੇ ਕਰੇ ਜਾਂਦੇ ਨੇ। RTGS ਦੀ ਗੱਲ ਕਰਾਂ ਤਾਂ ਇੱਕ ਐਸਾ ਸਿਸਟਮ ਹੈ ਜਿੱਥੇ ਤੁਸੀਂ ਰੀਅਲ ਟਾਈਮ ਸੈਟਲਮੈਂਟ ਦੇਖਦੇ ਹੋ। ਹੁਣ ਪੈਸੇ ਸੈਂਡ ਕੀਤੇ ਨਾਲ ਦੀ ਨਾਲ ਪਹੁੰਚ ਜਾਣਗੇ ਅਤੇ ਇਹ ਜਿਹੜੀ ਟ੍ਰਾਂਜੈਕਸ਼ਨ ਹੈ ਇਹਦੇ ਵਿੱਚੋਂ ਨਾਲ ਦੀ ਨਾਲ ਪ੍ਰੋਸੈਸ ਜੋ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਅੱਗੇ ਅਸੀਂ ਵੇਖਦੇ ਹਾਂ IMPS ਬਾਰੇ। RTGS ਬਾਰੇ ਬਸ ਤੁਸੀਂ ਇੱਕ ਚੀਜ਼ ਜਿਹੜੀ ਮੇਨ ਯਾਦ ਰੱਖਣੀ ਆ ਉਹ ਇਹ ਹੈ ਕਿ RTGS ਦਾ ਯੂਜ਼ ਜੋ ਹੈ ਉਹ ਕਰਿਆ ਜਾਂਦਾ ਹੈ ਫੋਰ ਬਿਗ ਟ੍ਰਾਂਜੈਕਸ਼ਨਸ। ਮਤਲਬ ਮੋਸਟਲੀ ਇਸਨੂੰ ਬਿਜ਼ਨਸਮੈਨ ਵਗੈਰਾ ਯੂਜ਼ ਕਰਦੇ ਨੇ ਬਿਕੋਜ਼ ਇਸ ਦੇ ਵਿੱਚ ਹਿਊਜ ਅਮਾਊਂਟ ਆਫ ਮਨੀ ਜਿਹੜੀ ਹੈਗੀ ਆ ਉਹ ਕਿਆ ਕੀਤੀ ਜਾਂਦੀ ਹੈ, ਟ੍ਰਾਂਸਫਰ ਕੀਤੀ ਜਾਂਦੀ ਹੈ। ਸੋ ਹੁਣ ਅਸੀਂ ਗੱਲ ਕਰਾਂਗੇ ਅਬਾਊਟ IMPS। IMPS ਦਾ ਮਤਲਬ ਕੀ ਹੁੰਦਾ ਹੈ? IMPS ਸਟੈਂਡਸ ਫੋਰ ਇਮੀਡੀਏਟ ਪੇਮੈਂਟ ਸਰਵਿਸ। ਇਹ ਇਮੀਡੀਏਟ, ਇਹਦੇ 'ਚ ਪੇਮੈਂਟ ਜੋ ਹੈ ਇਹ ਵੀ ਨਾਲ ਦੇ ਨਾਲ ਹੋਊਗੀ। ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਤੁਸੀਂ ਕਨਫਿਊਜ਼ ਨਾ ਹੋ RTGS, ਨੈਫਟ ਐਂਡ IMPS 'ਚ। ਸੋ ਇਹਦੇ ਲਈ ਮੈਂ ਅੱਗੇ ਜੋ ਹੈ ਡਾਇਗਰਾਮ ਇੱਕ ਬਣਾ ਰੱਖਿਆ ਹੈ ਜਿਹਦੇ 'ਚ ਮੈਂ ਤਿੰਨੋਂ ਬਾਰੇ ਜੋ ਹੈ ਉਹ ਡਿਫਰੈਂਸ਼ੀਏਟ ਕੀਤਾ ਹੈ ਕਿ ਕਿਹਦੇ 'ਚ ਕੀ ਫ਼ਰਕ ਹੈ। ਸੋ ਤੁਸੀਂ ਉਸ ਨੂੰ ਵੀ ਪੜ੍ਹ ਸਕਦੇ ਹੋ। ਅਤੇ IMPS ਜੋ ਹੈ ਦੈਟ ਇਜ਼ ਇਮੀਡੀਏਟ ਪੇਮੈਂਟ ਸਰਵਿਸਿਸ। ਇਸ ਦੇ ਵਿੱਚ ਜੋ ਕੀ ਹੁੰਦਾ ਹੈ ਕਿ ਇੰਟਰ ਬੈਂਕ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਸਰਵਿਸ ਥਰੂ ਮੋਬਾਈਲ ਫੋਨ। ਤੁਸੀਂ ਮੋਬਾਈਲ ਫੋਨ ਦੇ ਜ਼ਰੀਏ ਇੱਕ ਬੈਂਕ ਤੋਂ ਦੂਸਰੇ ਬੈਂਕ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਅਤੇ IMPS ਜੋ ਹੈ ਇਸਨੂੰ ਓਨ ਕੀਤਾ ਜਾਂਦਾ ਬਾਈ NPSI। ਔਰ ਅਸੀਂ RTGS ਅਤੇ ਨੈਫਟ 'ਚ ਕੀ ਦੇਖਿਆ ਸੀ ਕਿ ਜੋ ਨੈਫਟ ਹੈ ਐਂਡ ਜੋ RTGS ਹੈ ਉਸ 'ਚ ਬੈਂਕਸ ਇਨਵੋਲਵ ਹੁੰਦੇ ਨੇ, ਠੀਕ ਹੈ। ਲੇਕਿਨ ਜੋ IMPS ਹੈ ਇਹ ਬੈਂਕ ਤਾਂ ਇਨਵੋਲਵ ਹੁੰਦੇ ਹੀ ਹੁੰਦੇ ਨੇ ਲੇਕਿਨ ਇਸ 'ਚ PPIs ਵੀ ਇਨਵੋਲਵ ਹੁੰਦੇ ਨੇ। ਉਹ ਮੈਂ ਦੱਸਦੀ ਹਾਂ ਤੁਹਾਨੂੰ ਜਸਟ ਅ ਮੂਮੈਂਟ ਉਹ ਕੀ ਹੁੰਦੇ ਨੇ, ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗੀ। ਮੈਂ ਅੱਗੇ ਡਾਇਗਰਾਮ ਬਣਾਇਆ ਹੋਇਆ ਹੈ। ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ IMPS ਨੂੰ ਔਨ ਕਰਦਾ NPCI। ਇਸ 'ਚ ਕੀ ਹੁੰਦੇ ਆ, ਤੁਸੀਂ ਟ੍ਰਾਂਸਫਰ ਕਰਦੇ ਹੋ ਮਨੀ ਥਰੂ ਬੈਂਕਸ ਔਰ PPIs ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਇਸ਼ੂਅਰਸ ਅਕਰੋਸ ਇੰਡੀਆ। ਅਤੇ ਹਾਂਜੀ ਪਹਿਲਾਂ ਅਸੀਂ ਇਹ ਦੇਖਦੇ ਹਾਂ, ਫਿਰ ਮੈਂ ਤੁਹਾਨੂੰ ਇਹਦੇ ਬਾਰੇ ਆਰਾਮ ਨਾਲ ਦੱਸਦੀ ਹਾਂ ਕਿ ਇਹ PPI ਕੀ ਨੇ ਅਤੇ ਇਹਦੇ 'ਚ ਕੀ ਕੀ ਹੁੰਦਾ ਹੈ, ਠੀਕ ਹੈ। ਬਟ ਪਹਿਲਾਂ ਅਸੀਂ ਇਹ ਦੇਖਦੇ ਹਾਂ, ਕਾਫੀ ਜ਼ਿਆਦਾ ਜ਼ਰੂਰੀ ਹੈ, ਸਾਨੂੰ ਇੱਕ ਆਈਡੀਆ ਲੱਗ ਜੂਗਾ। ਆਹ ਦੇਖੋ ਕਿ ਇੱਕ ਸੈਕਿੰਡ ਮੈਂ ਪੈਨ ਚੇਂਜ ਕਰ ਲੈਂਦੀ ਹਾਂ। ਡਿਫਰੈਂਸਿਸ ਦੇ ਰੱਖੇ ਨੇ। ਨੈਫਟ ਦੇ ਵਿੱਚ ਜੋ ਸੈਟਲਮੈਂਟ ਹੈ ਉਹ ਹਾਫ ਆਵਰਲੀ ਹੁੰਦੀ ਹੈ। RTGS 'ਚ ਰੀਅਲ ਟਾਈਮ ਨਾਲ ਦੇ ਨਾਲ ਹੋਊਗੀ। IMPS 'ਚ ਵੀ ਰੀਅਲ ਟਾਈਮ ਨਾਲ ਦੇ ਨਾਲ ਹੋਊਗੀ।
ਅਵੇਲੇਬਿਲਿਟੀ ਦੀ ਗੱਲ ਕਰੀਏ ਤਾਂ ਨੈਫਟ ਜੋ ਹੈ ਦੈਟ ਇਜ਼ 24/7 ਅਵੇਲੇਬਲ। RTGS ਵੀ 24/7 ਹੈ, ਲੇਕਿਨ ਇਹ ਪਹਿਲਾਂ ਨਹੀਂ ਸੀ, ਪਹਿਲਾਂ ਵੀਕ ਡੇਜ਼ 'ਤੇ ਅਵੇਲੇਬਲ ਸੀ 7 AM to 6 PM, ਲੇਕਿਨ ਹੁਣ ਇਸ ਨੂੰ 24/7 ਕਰ ਦਿੱਤਾ ਗਿਆ ਹੈ। IMPS ਤਾਂ ਤੁਸੀਂ 24/7 ਜੋ ਹੈ ਅਵੇਲੇਬਲ ਦੇਖ ਸਕਦੇ ਹੋ। ਮਿਨੀਮਮ ਅਮਾਊਂਟ ਨੈਫਟ ਦੇ ਵਿੱਚ ਤੁਸੀਂ 1 ਰੁਪੀ ਕਰ ਸਕਦੇ ਹੋ, ਹਾਂਜੀ 1 ਰੁਪੀ ਹੀ ਕਰ ਸਕਦੇ ਹੋ। RTGS 'ਚ ਜੋ ਮਿਨੀਮਮ ਅਮਾਊਂਟ ਹੈ ਦੈਟ ਸ਼ੁੱਡ ਬੀ 2 ਲੱਖ, ਠੀਕ ਹੈ। ਤਾਂ ਹੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ RTGS ਵਗੈਰਾ ਜਿਹੜਾ ਹੈ ਇਹ ਬਿਜ਼ਨਸਮੈਨ ਯੂਜ਼ ਕਰਦੇ ਨੇ, ਬਿਕੋਜ਼ ਇਹਦੇ 'ਚ ਬਹੁਤ ਜ਼ਿਆਦਾ ਦੇਖੋ ਮਿਨੀਮਮ ਅਮਾਊਂਟ ਹੀ 2 ਲੱਖ ਤੋਂ ਸਟਾਰਟ ਹੋ ਰਹੀ ਹੈ। IMPS 'ਚ ਵੀ ਤੁਸੀਂ ਮਿਨੀਮਮ 1 ਰੁਪੀ ਕਰ ਸਕਦੇ ਹੋ। ਮੈਕਸੀਮਮ ਅਮਾਊਂਟ ਨੈਫਟ 'ਚ ਅਗਰ ਦੇਖੀਏ ਤਾਂ ਕੋਈ ਵੀ ਲਿਮਿਟ ਨਹੀਂ ਹੈ। ਬਾਕੀ ਬੈਂਕਸ ਵਗੈਰਾ ਖੁਦ ਤੋਂ ਵੀ ਡਿਸਾਈਡ ਕਰ ਸਕਦੇ ਆ, ਅਗਰ ਕੋਈ ਪਰਟੀਕੂਲਰ ਬੈਂਕ ਰਿਸਕ ਵੇਖ ਕੇ ਕੋਈ ਲਿਮਿਟ ਲਗਾਉਣਾ ਚਾਹੁੰਦਾ ਹੈ ਦੈਟ ਇਜ਼ ਅਪ ਟੂ ਬੈਂਕ ਸੋ ਦੇ ਕੈਨ ਡਿਸਾਈਡ ਬਾਈ ਦੇਅਰ ਓਨ। ਬਟ RBI ਤਾਂ ਇਹ ਬੋਲਦੀ ਹੈ ਕਿ ਨੋ ਲਿਮਿਟ। RTGS 'ਚ ਵੀ ਨੋ ਲਿਮਿਟ ਹੈ। IMPS 'ਚ ਜੋ ਹੈ ਉਹ 5 ਲੱਖ ਹੈ। ਕਿਤੇ ਕਿਤੇ ਤੁਸੀਂ 2 ਲੱਖ ਵੀ ਦੇਖੋ ਤੁਹਾਨੂੰ ਦੇਖਣ ਨੂੰ ਮਿਲੂਗਾ, ਬਟ ਹੁਣ ਇਹ 5 ਲੱਖ ਹੈ। ਇਹ ਜੋ ਇਨਫੋ ਹੈ ਅਪਡੇਟਡ ਹੈ। ਹੁਣ ਨੈਫਟ ਜੋ ਹੈ ਇਹਨੂੰ ਕੌਣ ਪ੍ਰੋਵਾਈਡ ਕਰਦਾ? ਬੈਂਕ ਦੁਆਰਾ ਇਹ ਫੈਸਿਲਿਟੀ ਦਿੱਤੀ ਜਾਂਦੀ ਹੈ। RTGS ਵੀ ਬੈਂਕਸ ਦਿੰਦੇ ਨੇ, ਬਟ IMPS ਜੋ ਹੈ, ਹਾਂਜੀ IMPS ਵੀ ਬੈਂਕ ਵੀ ਦੇ ਦਿੰਦੇ ਨੇ IMPS ਨੂੰ। ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ PPI ਵੀ ਇਨਵੋਲਵ ਹੁੰਦੇ ਨੇ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਡੋਂਟ ਵਰੀ, ਅਸੀਂ ਸਾਰਾ ਕਵਰ ਕਰਾਂਗੇ, ਮੈਂ ਤੁਹਾਨੂੰ ਉਹ ਵੀ ਦੱਸ ਦੇਵਾਂਗੀ। ਉਸ ਤੋਂ ਬਾਅਦ ਅਗਰ ਫੀਸ ਦੀ ਗੱਲ ਕਰੀਏ, ਨੈਫਟ 'ਚ ਕੋਈ ਚਾਰਜ ਨਹੀਂ ਹੈ, RTGS 'ਚ ਵੀ ਕੋਈ ਟ੍ਰਾਂਜੈਕਸ਼ਨਲ ਚਾਰਜਿਸ ਨਹੀਂ ਹੈ। IMPS 'ਚ ਲੱਗਦਾ ਹੈ, ਬਟ ਦੈਟ ਇਜ਼ ਜਸਟ ਸਮੋਲ ਅਮਾਊਂਟ ਆਫ ਮਨੀ। ਟਾਰਗੇਟ ਕਸਟਮਰ ਦੀ ਗੱਲ ਕਰੀਏ, ਨੈਫਟ ਜੋ ਹੈ ਰੀਟੇਲ ਕਸਟਮਰ, ਨੋਰਮਲੀ ਤੁਹਾਡੇ ਮੇਰੇ ਵਰਗੇ ਜਿਹੜੇ ਕਸਟਮਰ ਹੈ ਇਹਨੂੰ ਯੂਜ਼ ਕਰਦੇ ਹੈ। RTGS ਜੋ ਅੰਬਾਨੀ ਵਰਗੇ ਜਾਂ ਬੜੇ ਬਿਜ਼ਨਸਮੈਨ ਬੰਦੇ ਉਹ ਯੂਜ਼ ਕਰਦੇ ਹੈ। IMPS ਵੀ ਜੋ ਹੈ ਉਹ ਰਿਟੇਲ ਕਸਟਮਰ ਦੁਆਰਾ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਇਹ ਜੋ ਨੈਫਟ ਹੈ ਦੈਟ ਇਜ਼ ਇਹ ਮੈਂ ਦੱਸ ਚੁੱਕੀ ਹਾਂ RBI ਦੁਆਰਾ ਹੈ, RTGS ਵੀ RBI ਦੁਆਰਾ ਹੈ, ਅਤੇ IMPS ਜੋ ਹੈ ਇਸ ਨੂੰ ਕੌਣ ਉਹ ਕਰਦਾ ਹੈ, ਚਲਾਉਂਦਾ ਹੈ, ਤੁਹਾਡਾ NPCI ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, ਠੀਕ ਹੈ। ਅਤੇ ਹੁਣ ਅਸੀਂ ਚੱਲਦੇ ਹਾਂ ਅੱਗੇ। ਤੁਸੀਂ ਚਿੰਤਾ ਨਾ ਕਰੋ ਕਿ PPI ਦਾ ਦੱਸਿਆ ਨਹੀਂ, ਮੈਂ PPI ਤੁਹਾਨੂੰ ਅੱਗੇ ਦੱਸਦੀ ਹਾਂ, ਠੀਕ ਹੈ। ਮੈਂ ਅੱਗੇ ਲਿਖਿਆ ਹੋਇਆ ਉਹ ਅਗਲੀ ਸਲਾਈਡ, ਇਸ ਤੋਂ ਸ਼ਾਇਦ ਬਾਅਦ ਵਾਲੀ ਸਲਾਈਡ ਹੈ, ਇਸ ਤੋਂ ਅਗਲੀ ਹੈ, ਉਹਦੇ 'ਚ ਅਸੀਂ ਵੀ ਕਰ ਲੈਂਦੇ ਹਾਂ ਉਹਨੂੰ ਵੀ ਕਵਰ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਇਲੈਕਟ੍ਰੋਨਿਕ ਬੈਂਕਿੰਗ ਦੀ। ਇਲੈਕਟ੍ਰੋਨਿਕ ਬੈਂਕਿੰਗ ਕੀ ਹੁੰਦੀ ਹੈ? ਦੇਖੋ ਇਸ 'ਚ ਲਿਖਿਆ ਹੋਇਆ ਕਿ ਜੋ ਇਲੈਕਟ੍ਰੋਨਿਕ ਬੈਂਕਿੰਗ ਹੈ ਉਸ ਨੂੰ ਅਸੀਂ ਬੈਂਕਿੰਗ ਵੀ ਬੋਲਦੇ ਹਾਂ। ਅਤੇ ਬੈਂਕਿੰਗ ਇਲੈਕਟ੍ਰੋਨਿਕ ਬੈਂਕਿੰਗ, ਵਰਚੁਅਲ ਬੈਂਕਿੰਗ ਬੋਲਤਾ ਤੁਸੀਂ, ਜਾਂ ਔਨਲਾਈਨ ਬੈਂਕਿੰਗ ਬੋਲਤਾ, ਜਾਂ ਇੰਟਰਨੈਟ ਬੈਂਕਿੰਗ ਵੀ ਜੋ ਹੈ ਤੁਸੀਂ ਇਸ ਨੂੰ ਬੋਲ ਸਕਦੇ ਹੋ। ਅਤੇ ਕਸਟਮਰ ਜੋ ਹੈ ਉਹ ਐਕਸੈਸ ਕਰ ਸਕਦਾ ਆਪਣੇ ਅਕਾਊਂਟ ਨੂੰ, ਅਤੇ ਕੋਈ ਕਿੰਨੀ ਵੀ ਟ੍ਰਾਂਜੈਕਸ਼ਨਸ ਜੋ ਹੈ ਉਹ ਕਰ ਸਕਦਾ ਹੈ, ਠੀਕ ਹੈ, ਆਪਣਾ ਫੋਨ ਯੂਜ਼ ਕਰਕੇ ਜਾਂ ਕੰਪਿਊਟਰ ਵਗੈਰਾ ਯੂਜ਼ ਕਰਕੇ। ਅਤੇ ਇਹ ਕਨਵੀਨੀਅੰਟ ਹੁੰਦੀ ਹੈ, ਫਾਸਟ ਹੁੰਦੀ ਹੈ, ਬਹੁਤ ਜਲਦੀ 24/7 ਤੁਸੀਂ ਕਰ ਸਕਦੇ ਹੋ ਕਿਤੇ ਵੀ, ਠੀਕ ਹੈ। ਬੈਂਕ ਦਾ ਇਸ 'ਚ ਬਰਡਨ ਜਿਹੜਾ ਹੈਗਾ ਉਹ ਘੱਟ ਹੋ ਜਾਂਦਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਬੈਂਕਿੰਗ ਹੈ, ਬੈਂਕ ਜੋ ਹੈ, ਅਗਰ ਤੁਸੀਂ ਨੋਰਮਲੀ ਬੈਂਕ ਬ੍ਰਾਂਚ 'ਚ ਜਾਓ, ਬੈਂਕ ਨੂੰ ਤੁਹਾਨੂੰ ਪਤਾ ਹੈ ਕਿ ਕੋਈ ਪਹਿਲਾਂ ਬਿਲਡਿੰਗ ਲੈਣੀ ਪੈਂਦੀ ਹੈ ਜਿੱਥੇ ਉਹ ਬੈਂਕ ਖੁੱਲ੍ਹੂਗਾ, ਫਿਰ ਉੱਥੇ ਇੰਪਲੋਏ ਵਗੈਰਾ ਹਾਇਰ ਕਰਨੇ ਪੈਂਦੇ ਨੇ, ਸਿਕਿਉਰਿਟੀ ਗਾਰਡ ਐਂਡ ਸੋ ਫੋਰਥ। ਬਟ ਇਲੈਕਟ੍ਰੋਨਿਕ ਬੈਂਕਿੰਗ ਇਸ ਲਈ ਕਨਵੀਨੀਅੰਟ ਹੈ ਕਿਉਂਕਿ ਇਸ ਨਾਲ ਬੈਂਕ ਦਾ ਸਾਡਾ ਤਾਂ ਓਵਰਲੋਡ ਘੱਟਦਾ ਹੀ ਹੈ, ਕਿਉਂਕਿ ਦੇਖੋ ਅਸੀਂ ਘਰੇ ਬੈਠੇ ਟ੍ਰਾਂਜੈਕਸ਼ਨ ਕਰ ਦੇਣੀ, ਸਾਨੂੰ ਬਾਰ-ਬਾਰ ਬੈਂਕ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਬਟ ਬੈਂਕਸ 'ਤੇ ਵੀ ਜੋ ਹੈ ਵਰਕਲੋਡ ਜਿਹੜਾ ਹੈ ਉਹ, ਜਾਂ ਓਵਰਲੋਡ ਜਿਹੜਾ ਹੁੰਦੇ ਆ ਬੈਂਕ, ਉਹ ਘੱਟ ਜਾਂਦਾ ਹੈ। ਉਹਨਾਂ ਨੂੰ ਜ਼ਿਆਦਾ ਇੰਪਲੋਏ ਵਗੈਰਾ ਹਾਇਰ ਨਹੀਂ ਕਰਨੇ ਪੈਂਦੇ, ਠੀਕ ਹੈ, ਤਾਂ ਉਹਨਾਂ ਦਾ ਕੋਸਟ ਟ੍ਰਾਂਜੈਕਸ਼ਨਸ ਵਗੈਰਾ ਜਿਹੜੀ ਹੈ ਉਹ ਵੀ ਘੱਟ ਜੂਗੀ, ਠੀਕ ਹੈ। ਅਤੇ ਇਹ ਸਟੇਸ਼ਨਰੀ ਦਾ ਯੂਜ਼ ਵੀ ਘੱਟ ਜੂਗਾ, ਜੇ ਸਾਰਾ ਕੰਮ ਡਿਜੀਟਲੀ ਹੋ ਰਿਹਾ ਤਾਂ ਸਟੇਸ਼ਨਰੀ ਬਚੂਗੀ, ਟਾਈਮ ਸੇਵ ਹੋਊਗਾ। ਬਟ ਇਹਦੇ ਲਈ ਇੱਕ ਕੰਡੀਸ਼ਨ ਹੈ ਦੈਟ ਰਿਕੁਆਇਰਡ ਇਜ਼ ਗੁੱਡ ਇੰਟਰਨੈਟ ਕਨੈਕਸ਼ਨ, ਕਿ ਇੱਕ ਵਧੀਆ ਕਨੈਕਸ਼ਨ ਹੋਣਾ ਚਾਹੀਦਾ ਇੰਟਰਨੈਟ ਦਾ। ਤੁਹਾਨੂੰ ਪਤਾ ਹੈ ਕਈ ਵਾਰ ਅਸੀਂ ਪੇਮੈਂਟ ਵਗੈਰਾ ਕਰਦੇ ਹਾਂ, ਨੈੱਟ ਨਹੀਂ ਚੱਲ ਰਿਹਾ ਤਾਂ ਉੱਥੇ ਰਿਸੀਵਰ ਕੋਲ ਪੇਮੈਂਟ ਰਿਸੀਵ ਨਹੀਂ ਹੁੰਦੀ, ਵਿੱਚ 'ਚ ਹੀ ਤੁਹਾਨੂੰ ਪਤਾ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ, ਪੇਮੈਂਟ ਫੇਲਡ ਆ ਜਾਂਦੀ ਹੈ। ਸੋ ਵੈਸੇ ਤਾਂ ਬਹੁਤ ਸਾਰੇ ਟੈਕਨੀਕਲ ਐਰਰਸ ਕਰਕੇ ਵੀ ਇਹ ਚੀਜ਼ ਹੋ ਸਕਦੀ ਹੈ, ਬਟ ਇੰਟਰਨੈਟ ਜੋ ਹੈ ਦੈਟ ਇਜ਼ ਮੋਸਟ ਇੰਪੋਰਟੈਂਟ ਥਿੰਗ, ਕਿ ਅਗਰ ਤੁਸੀਂ ਇਲੈਕਟ੍ਰੋਨਿਕ ਬੈਂਕਿੰਗ ਜੋ ਹੈ ਉਹ ਯੂਜ਼ ਕਰ ਰਹੇ ਹੋ, ਠੀਕ ਹੈ। ਅਤੇ ਪੋਸੀਬਿਲਿਟੀ ਫਰੋਡਸ ਦੀ ਹੋ ਸਕਦੀ ਹੈ, ਦੇਖੋ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਹੁਣ ਹੋ ਕਿੱਦਾਂ ਸਕਦੀ ਹੈ ਅਤੇ ਨਹੀਂ ਕਿੱਦਾਂ ਹੋ ਸਕਦੀ? ਨਹੀਂ ਇੱਦਾਂ ਹੋ ਸਕਦੀ ਹੈ ਕਿ
ਸਾਰੀ ਜੋ ਟ੍ਰਾਂਜੈਕਸ਼ਨ ਹੈ ਉਹ ਡਿਜੀਟਲੀ ਫੋਰਮ ਦੇ ਵਿੱਚ ਚੜ੍ਹ ਜਾਂਦੀਆਂ ਨੇ। ਸੋ ਉਹ ਲਾਈਕ ਅਗਰ ਕੋਈ ਫਰੋਡ ਹੁੰਦਾ ਹੈ ਤਾਂ ਟਰੈਕ ਕਰਨ ਦੇ ਵਿੱਚ ਜੋ ਹੈ ਉਹ ਹੈਲਪ ਕਰ ਸਕਦੀਆਂ ਨੇ ਕਿ ਕਿੱਥੇ ਕਿਹਨੂੰ ਟ੍ਰਾਂਜੈਕਸ਼ਨ ਹੋਈ ਹੈ ਕਿਵੇਂ, ਹੈ ਨਾ। ਦੂਸਰੀ ਗੱਲ ਇਹ ਹੈ ਕਿ ਫਰੋਡ ਕਿੱਦਾਂ ਹੋ ਸਕਦਾ, ਕਈ ਵਾਰ ਤੁਸੀਂ ਦੇਖਿਆ ਹੋਊਗਾ ਕਿ ਤੁਹਾਨੂੰ ਮੈਸੇਜ ਵਗੈਰਾ ਆਉਂਦੇ ਨੇ ਕਿ ਕੋਈ ਲਿੰਕ ਆ ਗਿਆ ਕਿ ਤੁਸੀਂ ਇਹਨੂੰ ਕਲਿੱਕ ਕਰੋ ਅਤੇ ਕੋਈ OTP ਮੰਗਵਾ ਲੈਂਦੇ ਆ ਜਾਂ ਕੋਈ ਮਾੜੀ ਮੋਟੀ ਇਨਫੋ ਮੰਗ ਲੈਂਦੇ ਆ, ਹੈ ਨਾ। ਅਤੇ ਮਤਲਬ ਫਰੋਡਸ ਹੋ ਵੀ ਜਾਂਦੇ ਨੇ, ਨਹੀਂ ਵੀ ਹੋ ਜਾਂਦੇ। ਕੋਈ ਵੀ ਜੋ ਸਿਸਟਮ ਹੈ ਉਹ 100% ਸਿਕਿਉਰ ਨਹੀਂ ਹੁੰਦਾ। ਹਰ ਚੀਜ਼ ਦੇ ਆਪਣੇ ਪ੍ਰੋਜ਼ ਐਂਡ ਕੌਨਸ ਜਿਹੜੇ ਨੇ ਉਹ ਹੁੰਦੇ ਨੇ, ਠੀਕ ਹੈ। ਇਲੈਕਟ੍ਰੋਨਿਕ ਬੈਂਕਿੰਗ ਦੀ ਗੱਲ ਕਰੀਏ, ਇਸਨੂੰ ਫਸਟ ਇੰਟਰੋਡਿਊਸ ਕਰਿਆ ਗਿਆ ਸੀ ਇੰਡੀਆ 'ਚ। ਕਿਸਨੇ ਕਰਿਆ ਸੀ? ICICI ਬੈਂਕ ਨੇ 1998 ਦੇ ਵਿੱਚ। ਜੋ ICICI ਬੈਂਕ ਹੈ ਇਹ ਕਾਫੀ ਇੰਪੋਰਟੈਂਟ ਬੈਂਕ ਹੈ ਇਨ ਟਰਮਸ ਆਫ ਈ ਬੈਂਕਿੰਗ। ਈਵਨ ਬਹੁਤ ਸਾਰੀ ਜੋ ਈ ਬੈਂਕਿੰਗ ਸਰਵਿਸਿਜ਼ ਸੀਗੀਆਂ ਉਹ ਇਹੀ ਬੈਂਕ ਨੇ ਸਟਾਰਟ ਕਰੀਆਂ ਸੀਗੀਆਂ। ਇੱਕ ਜੋ ATM ਨੂੰ ਇੰਡੀਆ ਦੇ ਵਿੱਚ ਬੂਸਟ ਮਿਲਿਆ, ਦੈਟ ਇਜ਼ ਆਲਸੋ ਡਿਊ ਟੂ ICICI ਬੈਂਕ, ਠੀਕ ਹੈ। ਅਤੇ ਹੁਣ ਅਸੀਂ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੋਰ ਬੈਂਕਿੰਗ ਸੋਲਿਊਸ਼ਨ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਈਵਨ ਇਸ 'ਤੇ ਤਾਂ ਇੱਕ ਕੁਐਸਚਨ ਵੀ ਆ ਚੁੱਕਿਆ ਸੀਗਾ ਜਦੋਂ ਇਹ ਆਇਆ ਸੀ ਨਾ, ਤਾਂ IAS ਦੇ ਵਿੱਚ ਇਹਦੇ ਰਿਗਾਰਡਿੰਗ ਕੁਐਸਚਨ ਵੀ ਆਇਆ ਸੀ, ਠੀਕ ਹੈ। ਕੋਰ ਬੈਂਕਿੰਗ ਸੋਲਿਊਸ਼ਨ ਕੀ ਹੁੰਦਾ ਹੈ? ਦੇਖੋ, ਕੋਰ ਬੈਂਕਿੰਗ ਸੋਲਿਊਸ਼ਨ ਜੋ ਹੈ ਇੱਕ ਨੈਟਵਰਕਿੰਗ ਹੈ ਬੈਂਕ ਬ੍ਰਾਂਚਿਸ ਦੀ, ਜਿਸ 'ਚ ਕਸਟਮਰ ਜੋ ਹੈ ਉਹ ਆਪਰੇਟ ਕਰ ਸਕਦੇ ਨੇ ਆਪਣਾ ਅਕਾਊਂਟ ਕਿਸੇ ਵੀ ਬ੍ਰਾਂਚ ਤੋਂ, ਲੇਕਿਨ ਬੈਂਕ ਸੇਮ ਹੋਣਾ ਚਾਹੀਦਾ, ਠੀਕ ਹੈ। ਲਾਈਕ ਕਿਤੇ ਵੀ ਉਹਨਾਂ ਨੇ ਅਕਾਊਂਟ ਓਪਨ ਕਰਿਆ ਹੋਵੇ, ਉਹ ਅਗਰ ਕਿਤੇ ਵੀ ਅਕਾਊਂਟ ਓਪਨ ਕਰਦੇ ਹੈ, ਇੱਕ ਮਿੰਟ ਮੈਂ ਤੁਹਾਨੂੰ ਡਾਇਗਰਾਮ ਤੋਂ ਵੀ ਦੱਸਦੀ ਹਾਂ, ਮਤਲਬ ਉਹਨਾਂ ਕਿਤੇ ਵੀ ਅਕਾਊਂਟ ਓਪਨ ਕਰ ਲਿਆ, ਉਹੀ ਬੈਂਕ ਅਗਰ ਕਿਸੇ ਦੂਸਰੀ ਜਗ੍ਹਾ ਚਲੇ ਜਾਂਦੇ ਆ, ਮੰਨ ਲਓ ਕਿਸੇ ਬੰਦੇ ਨੇ ਕੋਲਕਾਤਾ 'ਚ ਬੈਂਕ SBI 'ਚ ਆਪਣਾ ਮੰਨ ਲਓ ਅਕਾਊਂਟ ਓਪਨ ਕੀਤਾ, ਹੁਣ ਉਹ ਇਸ ਟਾਈਮ ਬੈਠਿਆ ਮੁੰਬਈ ਦੇ ਵਿੱਚ, ਅਤੇ ਉੱਥੇ ਜਾ ਕੇ ਉਸਨੂੰ ਮੰਨ ਲਓ ਕੋਈ ਲਾਈਕ ਚੇਂਜਿਸ ਕਰਵਾਉਣੇ ਆ ਆਪਣੇ ਅਕਾਊਂਟ 'ਚ, ਤਾਂ ਕਿ ਉਹ ਮਹਾਰਾਸ਼ਟਰ ਦੀ SBI ਦੀ ਬ੍ਰਾਂਚ 'ਚ ਕਰਵਾ ਸਕਦਾ? ਹਾਂਜੀ, ਕਰ ਸਕਦਾ ਹੈ। ਐਂਡ ਦੈਟ ਇਜ਼ ਆਲ ਡਿਊ ਟੂ ਕੋਰ ਬੈਂਕਿੰਗ ਸੋਲਿਊਸ਼ਨ, ਠੀਕ ਹੈ। ਅਤੇ ਕੋਰ ਬੈਂਕਿੰਗ ਸੋਲਿਊਸ਼ਨ 'ਚ ਕੀ ਹੁੰਦਾ ਹੈ ਕਿ ਇਸ 'ਚ ਇੱਕ ਐਸਾ ਇਹ ਸੋਫਟਵੇਅਰ ਸਿਸਟਮ ਡਿਵੈਲਪ ਕਰਿਆ ਗਿਆ ਜੋ ਕਿ ਬੈਂਕ ਯੂਜ਼ ਕਰਦੇ ਨੇ ਆਪਣੇ ਡੇਲੀ ਦੇ ਜੋ ਫੰਕਸ਼ਨਸ ਵਗੈਰਾ ਹੈ ਉਹਨਾਂ ਨੂੰ ਪਰਫੋਰਮ ਕਰਨ ਲਈ। ਇਸ 'ਚ ਕੀ ਹੁੰਦਾ ਹੈ, ਜੋ ਕਸਟਮਰ ਹੈ ਉਹ ਕੀ ਕਰਦਾ ਹੈ, ਉਹ ਟ੍ਰਾਂਜੈਕਸ਼ਨ ਕਰ ਸਕਦਾ ਹੈ ਫਰੋਮ ਐਨੀ ਬ੍ਰਾਂਚ, ਕਿਸੇ ਵੀ ਬ੍ਰਾਂਚ ਤੋਂ। ਬ੍ਰਾਂਚ ਲੇਕਿਨ ਸੇਮ ਬੈਂਕ ਦੀ ਹੋਣੀ ਚਾਹੀਦੀ, ਠੀਕ ਹੈ। ਔਰ ਇਸ ਨਾਲ ਕੀ ਹੋਊਗਾ ਕਿ ਮਤਲਬ ਇਹ ਨਹੀਂ ਕਿ ਬੰਦਾ ਜਿਸ ਬੰਦੇ ਨੇ ਆਪਣਾ ਅਕਾਊਂਟ ਓਪਨ ਕਰਵਾਇਆ, ਅਗਰ ਕੋਈ ਚੇਂਜ ਕਰਵਾਉਣਾ ਹੈ, ਮੰਨ ਲਓ ਬੰਦਾ ਮੁੰਬਈ 'ਚ ਬੈਠਿਆ ਔਰ ਕੋਲਕਾਤਾ 'ਚ ਉਹਨੇ ਆਪਣਾ ਬੈਂਕ ਅਕਾਊਂਟ ਓਪਨ ਕਰਵਾਇਆ ਸੀ, ਹੁਣ ਕਿ ਉਹਨੂੰ ਚੇਂਜਿਸ ਕਰਵਾਉਣ ਲਈ ਕੋਲਕਾਤਾ ਦੇ ਬੈਂਕ ਅਕਾਊਂਟ 'ਚ ਜਾਣਾ ਪੈਣਾ। ਤਾਂ ਇੱਦਾਂ ਚੀਜ਼ ਜਿਹੜੀ ਹੈ ਪਹਿਲਾਂ ਪੋਸੀਬਲ ਨਹੀਂ ਸੀ। ਪਹਿਲਾਂ ਮਤਲਬ ਇੱਦਾਂ ਹੁੰਦਾ ਸੀ ਕਿ ਉਹਨੂੰ ਦੂਸਰੀ ਜਗ੍ਹਾ ਜਿੱਥੇ ਅਕਾਊਂਟ ਓਪਨ ਕਰਿਆ ਉੱਥੇ ਹੀ ਜਾਣਾ ਪਊਗਾ, ਲੇਕਿਨ ਹੁਣ ਇਹ ਚੀਜ਼ ਖਤਮ ਕਰ ਦਿੱਤੀ ਗਈ ਹੈ। ਦੈਟ ਇਜ਼ ਡਿਊ ਟੂ ਕੋਰ ਬੈਂਕਿੰਗ ਸੋਲਿਊਸ਼ਨ। ਇਹ ਕੋਰ ਦਾ ਮਤਲਬ ਹੀ ਹੈ, ਇੱਥੇ ਮੈਂ ਲਿਖ ਦਿੰਦੀ ਹਾਂ, ਕੋਰ ਦਾ ਮਤਲਬ ਹੈ ਸੈਂਟਰਲਾਈਜ਼ਡ ਔਨਲਾਈਨ ਰੀਅਲ ਟਾਈਮ ਇਨਵਾਇਰਮੈਂਟ। ਸੋਰੀ ਫॉर ਮਾਈ ਬੈਡ ਹੈਂਡ ਰਾਈਟਿੰਗ। ਅਤੇ ਕੋਰ ਦਾ ਮਤਲਬ ਕੀ ਹੈ ਕਿ ਇਹ ਇੱਕ ਸੈਂਟਰਲਾਈਜ਼ਡ ਸਿਸਟਮ ਹੈ, ਔਨਲਾਈਨ ਹੈ, ਅਤੇ ਰੀਅਲ ਟਾਈਮ 'ਚ ਜੋ ਚੇਂਜ ਕਰਵਾਓਗੇ ਉਹ ਹੋ ਜਾਣਗੇ। ਅਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੋਰ ਬੈਂਕਿੰਗ ਸੋਲਿਊਸ਼ਨ ਜਿਹੜਾ ਹੈਗਾ ਇਹਦੇ 'ਚ ਸਾਰੀ ਜਿਹੜੀਆਂ ਮਤਲਬ ਕਨੈਕਟ ਸੇਮ ਬੈਂਕ ਆਫ ਮਲਟੀਪਲ ਬ੍ਰਾਂਚਿਸ, ਮਤਲਬ ਸੇਮ ਬੈਂਕ ਦੀ ਜੋ ਮਲਟੀਪਲ ਬ੍ਰਾਂਚਿਸ ਹੁੰਦੀਆਂ ਨੇ ਉਹ ਆਪਸ ਦੇ ਵਿੱਚ ਕੀ ਹੁੰਦੀਆਂ ਨੇ, ਕਨੈਕਟ ਹੁੰਦੀਆਂ ਨੇ। ਅਤੇ ਕੋਈ ਵੀ ਅਗਰ ਆਪਰੇਸ਼ਨ ਕੀਤਾ ਜਾਊਗਾ ਜਾਂ ਕੋਈ ਵੀ ਐਕਟੀਵਿਟੀ ਪਰਫੋਰਮ ਕੀਤੀ ਜਾਊਗੀ ਉਹ ਰੀਅਲ ਟਾਈਮ ਦੇ ਵਿੱਚ ਹੋਊਗੀ, ਅਤੇ ਚੇਂਜਿਸ ਜੋ ਹੈ ਉਹ ਨਾਲ ਦੀ ਨਾਲ ਅਪਡੇਟ ਜੋ ਹੈ ਉਹ ਹੋ ਜਾਂਦੇ ਨੇ, ਠੀਕ ਹੈ। ਦੇਖੋ ਜਿਵੇਂ ਕਿ ਪਹਿਲਾਂ ਅਸੀਂ ਇਹ ਪੜ੍ਹ ਲੈਂਦੇ ਹਾਂ, ਇਟ ਕਨੈਕਟ ਮਲਟੀਪਲ ਬ੍ਰਾਂਚਿਸ ਆਫ ਸੇਮ ਬੈਂਕ ਤਾਂ ਕਿ ਟ੍ਰਾਂਜੈਕਸ਼ਨ ਵਗੈਰਾ ਹੋ ਸਕੇ। ਅਤੇ ਕੋਰ ਬੈਂਕਿੰਗ ਸੋਲਿਊਸ਼ਨ RBI ਦੀ ਗੱਲ ਕਰਦੇ ਹਾਂ, ਈ ਕੁਬੇਰ ਜੋ ਹੈ ਉਹ RBI ਦੀ ਕੋਰ ਬੈਂਕਿੰਗ ਸੋਲਿਊਸ਼ਨ ਹੈ। ਈ ਕੁਬੇਰ ਨਾ, ਇਹਨੂੰ ਨਾਮ ਯਾਦ ਰੱਖਿਓ, ਇਹਦੇ ਬਾਰੇ ਅਸੀਂ ਅੱਗੇ ਪੜ੍ਹਾਂਗੇ ਜਦੋਂ ਅਸੀਂ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਬਾਰੇ ਪੜ੍ਹਾਂਗੇ, ਅਤੇ ਉੱਥੇ ਅਸੀਂ ਈ ਕੁਬੇਰ ਬਾਰੇ ਦੇਖਾਂਗੇ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਇਟ ਇਨੇਬਲ ਕਮਰਸ਼ੀਅਲ ਬੈਂਕ ਟੂ ਅਸੈਸ ਦੇਅਰ ਕਰੰਟ ਅਕਾਊਂਟ ਵਿਦ ਦਾ RBI ਐਨੀ ਟਾਈਮ। ਇਸ 'ਚ ਵੈਸੇ ਮੈਂ ਲਿਖੀ ਹੋਈ ਹੈ ਲਾਈਨ ਕਿ ਈ ਕੁਬੇਰ 'ਚ ਕੀ ਹੁੰਦਾ, ਜੋ ਕਮਰਸ਼ੀਅਲ ਬੈਂਕ ਹੈ
ਉਹ ਉਹਨਾਂ ਦਾ ਜਿਹੜਾ ਅਕਾਊਂਟ ਵਗੈਰਾ ਹੈਗਾ ਉਹ ਐਕਸੈਸ ਕਰ ਸਕਦੇ ਨੇ ਆਰਬੀਆਈ ਕੋਲ ਉਹਨਾਂ ਦਾ ਇੱਕ ਆਪਣਾ ਅਕਾਊਂਟ ਹੁੰਦਾ ਹੈ ਕਿਸੇ ਵੀ ਟਾਈਮ 'ਤੇ ਕਿਸ ਪਲੇਟਫਾਰਮ ਦੇ ਜ਼ਰੀਏ ਈ-ਕੁਬੇਰ ਦੇ ਜ਼ਰੀਏ। ਹੁਣ ਦੇਖੋ ਇੱਥੇ ਪਤਾ ਲੱਗੂਗਾ ਤੁਹਾਨੂੰ। ਹੁਣ ਕੀ ਹੁੰਦਾ ਹੈ ਕਿ ਮੰਨ ਲਓ ਕਿ ਇੱਥੇ ਇੱਕ ਇਹ ਹੈ ਸੈਂਟਰਲਾਈਜ਼ਡ ਸਰਵਰ। ਹੁਣ ਮੰਨ ਲਓ ਕਿਸੇ ਬੰਦੇ ਨੇ ਆਪਣੀ ਜਿਹੜੀ ਬ੍ਰਾਂਚ ਹੈ, ਇਹ ਮੰਨ ਲਓ ਬ੍ਰਾਂਚ ਸੀ ਹੈ, ਇਹ ਮੈਂ ਮੰਨ ਲਓ ਪਰਸਨ ਹੈਗਾ ਸਿਟੀ ਏ ਦੇ ਵਿੱਚ, ਠੀਕ ਹੈ। ਉਹ ਬੈਠਾ ਸੀ ਮੁੰਬਈ ਦੇ ਵਿੱਚ, ਠੀਕ ਹੈ। ਮੁੰਬਈ 'ਚ ਬੰਦਾ ਬੈਠਿਆ, ਮੁੰਬਈ 'ਚ ਉਹਨੇ ਕੀ ਕੀਤਾ, ਜਦੋਂ ਉਹ ਇੱਥੇ ਸਟੇ ਕਰਦਾ ਸੀ ਉਹਨੇ ਬ੍ਰਾਂਚ ਸੀ ਦੇ ਵਿੱਚ ਕੀ ਕਰਿਆ, ਆਪਣਾ ਅਕਾਊਂਟ ਖੁਲਵਾ ਲਿਆ, ਠੀਕ ਹੈ। ਅਤੇ ਉਸਨੇ ਸਾਰੀ ਇਨਫੋਰਮੇਸ਼ਨ ਵਗੈਰਾ ਇੱਥੇ ਦਈ ਹੋਈ ਹੈ। ਅਤੇ ਹੁਣ ਕੀ ਹੈ, ਮੰਨ ਲਓ ਬੰਦਾ ਜਿਹੜਾ ਹੈਗਾ ਉਹ ਚਲਾ ਗਿਆ, ਮਤਲਬ ਉਹ ਟਰੈਵਲ ਕਰਦਾ ਰਹਿੰਦਾ ਅਤੇ ਉਹਨੂੰ ਉਹ ਹੁਣ ਬ੍ਰਾਂਚ ਏ ਦੇ ਵਿੱਚ ਆ ਗਿਆ। ਬ੍ਰਾਂਚ ਏ ਕਿੱਥੇ ਹੈ, ਮੰਨ ਲਓ ਕਿ ਇਹ ਹੈ ਕੋਲਕਾਤਾ 'ਚ, ਅਤੇ ਉਹ ਇੱਥੇ ਆ ਗਿਆ। ਅਤੇ ਹੁਣ ਕੀ ਆ, ਮੰਨ ਲਓ ਉਹਨੂੰ ਅਗਰ ਆਪਣੇ ਬੈਂਕ ਦੇ ਰਿਗਾਰਡਿੰਗ ਕੋਈ ਕੰਮ ਹੈ, ਕੋਈ ਚੇਂਜ ਕਰਵਾਉਣਾ ਹੈ, ਕੋਈ ਇਨਫੋ ਲੈਣੀ ਹੈ, ਕੁਛ ਵੀ ਕੋਈ ਚੇਂਜ ਅਪਡੇਟ ਕਰਵਾਉਣਾ ਹੈ, ਅਤੇ ਕੀ ਉਹਨੂੰ ਦੁਬਾਰਾ ਉੱਥੇ ਜਿੱਥੇ ਉਹਨੇ ਅਕਾਊਂਟ ਖੋਲ੍ਹਿਆ ਸੀ ਉੱਥੇ ਜਾਣਾ ਪਊਗਾ ਮੁੰਬਈ 'ਚ? ਨਹੀਂ। ਕੀ ਹੁੰਦਾ ਹੈ ਇਹਦੇ 'ਚ ਵਿੱਚ ਆ ਜਾਂਦਾ ਤੁਹਾਡਾ ਸੈਂਟਰਲਾਈਜ਼ਡ ਸਰਵਰ। ਜਿਹੜਾ ਤੁਹਾਡਾ ਸਿਟੀ ਏ ਦਾ ਜੋ ਸਰਵਰ ਹੈ ਉਹ ਨਾ ਮਤਲਬ ਇਹ ਜਿਹੜੀ ਬ੍ਰਾਂਚ ਹੈ ਸਿਟੀ ਏ ਦੀ ਬ੍ਰਾਂਚ ਹੈ ਉਹ ਕਨੈਕਟ ਹੁੰਦੀ ਹੈ ਸੈਂਟਰਲਾਈਜ਼ਡ ਸਰਵਰ ਨਾਲ, ਠੀਕ ਹੈ। ਹੁਣ ਕੀ ਹੋਊਗਾ, ਇਹ ਸਿਸਟਮ ਦੇ ਥਰੂ ਇਹ ਸਰਵਰ ਕੀ ਕਰਦਾ ਹੈ, ਟਰਾਂਸਫਰ ਕਰ ਦਿੰਦਾ ਇਨਫੋ ਟੂ ਦੀ ਅਦਰ ਬ੍ਰਾਂਚਿਸ। ਅਗਰ ਕਿਸੇ ਬੰਦੇ ਨੇ ਇੱਥੇ ਚੇਂਜ ਕਰਵਾਉਣਾ ਹੈ, ਠੀਕ ਹੈ, ਤਾਂ ਉਹ ਚੇਂਜ ਹੋ ਜਾਊਗਾ, ਲੇਕਿਨ ਉਹ ਜਿਸ ਬ੍ਰਾਂਚ 'ਚ ਓਪਨ ਕਰਿਆ ਸੀ ਅਕਾਊਂਟ ਉੱਥੇ ਤੋਂ ਕੀ ਹੈ ਇਸ ਸਿਸਟਮ ਦੇ ਥਰੂ ਜਿਹੜਾ ਹੈਗਾ ਉਹ ਇਨਫੋ ਵਗੈਰਾ ਲੈਣਗੇ ਅਤੇ ਉਹ ਦੱਸਣਗੇ ਕਿ ਹਾਂ ਫਲਾਣੇ ਬੰਦੇ ਦਾ ਸਾਡੇ ਇੱਥੇ ਅਕਾਊਂਟ ਸੀਗਾ ਅਤੇ ਕਦੋਂ ਖੋਲ੍ਹਿਆ ਸੀ, ਕੀ ਟ੍ਰਾਂਜੈਕਸ਼ਨ ਵਗੈਰਾ ਹੋਈ ਹੈ, ਅਤੇ ਉਹ ਜਿਹੜਾ ਹੈਗਾ ਫਿਰ ਇੱਥੇ ਇਨਫੋ ਪਹੁੰਚ ਜਾਊਗੀ। ਅਤੇ ਉਹ ਫਿਰ ਨਾ ਜੋ ਚੇਂਜ ਹੋਊਗਾ ਉਹ ਫਿਰ ਸਾਰੇ ਬ੍ਰਾਂਚਿਸ 'ਚ ਕੀ ਹੋਊਗਾ, ਅਪਡੇਟ ਹੋ ਜਾਊਗਾ। ਅਤੇ ਇਹ ਸੀਗਾ ਤੁਹਾਡਾ, ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਇਹ ਤੁਹਾਡਾ ਸੀਗਾ ਅਸੀਂ ਵੇਖ ਰਹੇ ਸੀਗੇ ਕੋਰ ਬੈਂਕਿੰਗ ਸੋਲਿਊਸ਼ਨ, ਠੀਕ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਅੱਗੇ ਡਿਜੀਟਲ ਟ੍ਰਾਂਜੈਕਸ਼ਨਸ ਬਾਰੇ। ਡਿਜੀਟਲ ਟ੍ਰਾਂਜੈਕਸ਼ਨਸ ਕੀ ਹੁੰਦੀਆਂ ਨੇ? ਦੇਖੋ, ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਤੁਹਾਡਾ UPI। UPI ਦੱਸਣ ਤੋਂ ਪਹਿਲਾਂ ਮੈਂ ਵੇਖ ਲੈਂਦੀ ਹਾਂ, ਇੱਕ ਸੈਕਿੰਡ। ਹਾਂਜੀ, UPI ਬਾਰੇ ਗੱਲ ਕਰਦੇ ਹਾਂ, ਲੇਕਿਨ UPI ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਸੀ PPI ਬਾਰੇ। ਆਈ ਥਿੰਕ PPI ਬਾਰੇ ਮੈਂ ਅੱਗੇ ਦਿੱਤਾ ਹੋਇਆ ਹੈ ਅਤੇ ਉੱਥੇ ਮੈਂ ਇੱਕ ਵਾਰ ਚੈੱਕ ਕਰ ਲੈਂਦੀ ਹਾਂ, ਵਰਨਾ ਮੈਂ ਤੁਹਾਨੂੰ ਇੱਥੇ ਹੀ ਦੱਸ ਦੇਵਾਂਗੀ। ਹਾਂਜੀ, ਜਦੋਂ ਦੇਖੋ ਮੈਂ ਤੁਹਾਨੂੰ UPI ਵਗੈਰਾ ਕਰਵਾਵਾਂਗੀ ਨਾ, ਜਸਟ ਅ ਮੂਮੈਂਟ, ਮੈਂ ਇੱਕ ਵਾਰ ਚੈੱਕ ਕਰ ਲੈਂਦੀ ਹਾਂ। ਹਾਂਜੀ, PPI ਬਾਰੇ ਮੈਂ ਤੁਹਾਨੂੰ ਦੱਸ ਦਾਂਗੀ ਇੱਥੇ ਪ੍ਰੋਸੈਸ P2P UPI ਪੇਮੈਂਟ ਪ੍ਰੋਸੈਸਿੰਗ, ਇਹਦੇ 'ਚ ਅਸੀਂ ਪੜ੍ਹਾਂਗੇ ਇਹਦੇ ਬਾਰੇ, ਠੀਕ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ UPI ਬਾਰੇ। UPI ਤੁਸੀਂ ਸੁਣਿਆ ਵੀ ਹੋਊਗਾ, ਈਵਨ ਤੁਸੀਂ ਯੂਜ਼ ਵੀ ਇਹਨੂੰ ਕਰਦੇ ਹੋਵੋਗੇ। ਅੱਜ ਕੱਲ੍ਹ ਬਹੁਤ ਸਾਰੀ ਜੋ ਟ੍ਰਾਂਜੈਕਸ਼ਨਸ ਹੈ ਉਹ UPI ਦੇ ਥਰੂ ਹੀ ਹੁੰਦੀਆਂ ਨੇ ਨੋਰਮਲੀ। ਅਤੇ UPI 'ਚ ਜੋ ਵੀ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਠੀਕ ਹੈ, ਉਹ ਸਰਵਿਸਿਜ਼ NPI ਜੋ ਹੈ NPCI ਹੈ ਉਹ ਪ੍ਰੋਵਾਈਡ ਕਰਦਾ ਹੈ। ਅਤੇ ਲੈਟਸ ਗੈਟ ਸਟਾਰਟਿਡ। ਡਿਜੀਟਲ ਟ੍ਰਾਂਜੈਕਸ਼ਨ 'ਚ ਅਸੀਂ ਦੇਖਦੇ ਹਾਂ UPI ਇਜ਼ ਯੂਨੀਫਾਈਡ ਪੇਮੈਂਟ ਇੰਟਰਫੇਸ। ਦੇਖੋ, ਇਹ ਇੱਕ ਇੰਸਟੈਂਟ ਪੇਮੈਂਟ ਸਿਸਟਮ ਹੈ ਜੋ ਕਿ ਡਿਵੈਲਪ ਕਰਿਆ ਗਿਆ ਸੀ ਇੰਡੀਆ ਦੇ ਵਿੱਚ। ਕਿਹਨੇ ਕਰਿਆ ਸੀ? NPCI ਨੇ। ਅਤੇ ਇਸ 'ਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਮੋਬਾਈਲ ਡਿਵਾਈਸਿਸ ਦਾ ਯੂਜ਼ ਕੀਤਾ ਜਾਂਦਾ ਹੈ ਕਿ ਅਗਰ ਕਿਸੇ ਨੂੰ ਨਾਲ ਦੀ ਨਾਲ ਟ੍ਰਾਂਸਫਰ ਕਰਨੇ ਨੇ ਫੰਡਸ, ਅਤੇ ਉਹਦੇ 'ਚ ਇਸ ਦਾ ਯੂਜ਼ ਕੀਤਾ ਜਾਂਦਾ ਹੈ। ਈਵਨ ਸਭ ਤੋਂ ਜੋ ਵਧੀਆ ਚੀਜ਼ ਹੈ ਇਸਦੀ ਉਹ ਇਹ ਹੈ ਕਿ ਤੁਸੀਂ ਇੱਕ ਸਿੰਗਲ ਮੋਬਾਈਲ ਐਪਲੀਕੇਸ਼ਨ 'ਚ, ਫੋਰ ਐਗਜ਼ਾਮਪਲ ਗੂਗਲ ਪੇ, ਭੀਮ, ਫੋਨਪੇ, ਸਿੰਗਲ ਮੋਬਾਈਲ ਐਪਲੀਕੇਸ਼ਨ ਦੇ ਵਿੱਚ ਤੁਸੀਂ ਬਹੁਤ ਸਾਰੇ ਬੈਂਕ ਅਕਾਊਂਟਸ ਜੋ ਹੈ ਉਹ ਐਡ ਕਰ ਸਕਦੇ ਹੋ, ਠੀਕ ਹੈ।
ਜੋ ਇਸ 'ਚ ਤੁਸੀਂ ਮਨੀ ਟ੍ਰਾਂਸਫਰ ਕਰਦੇ ਹੋ UPI ਦੇ ਥਰੂ, ਉਹਦੇ 'ਚ ਤੁਹਾਨੂੰ ਨਾ ਇੱਕ ID ਚਾਹੀਦੀ ਹੁੰਦੀ ਹੈ, ਔਰ ਉਹ ਸਾਡੀ ਹੁੰਦੀ ਹੈ UPI ID। ਫ਼ੋਨਪੇ ਅਗਰ ਚਲਾ ਰਹੇ ਹੋ, ਅਗਰ ਮੰਨ ਲਓ ਕੋਈ ਬੰਦਾ ਫ਼ੋਨਪੇ ਵੀ ਯੂਜ਼ ਕਰ ਰਿਹਾ, ਗੂਗਲ ਪੇ ਵੀ ਯੂਜ਼ ਕਰ ਰਿਹਾ, ਤਾਂ ਫ਼ੋਨਪੇ ਦੀ ਆਪਣੀ ID ਹੋਊਗੀ, ਗੂਗਲ ਪੇ 'ਚ ਉਹਦੀ ਆਪਣੀ ID ਹੋਊਗੀ। ਉਹ ਇੱਕ ਯੂਨੀਕ ਆਈਡੈਂਟੀਫਿਕੇਸ਼ਨ ਹੁੰਦੀ ਹੈ ਕਿਸੇ ਵੀ ਬੈਂਕ ਅਕਾਊਂਟ ਦੀ। ਜੋ UPI ਐਪਸ ਨੇ ਜਿਵੇਂ ਕਿ ਪੇਟੀਐਮ, ਫ਼ੋਨਪੇ, ਗੂਗਲ ਪੇ, ਭੀਮ, ਐਮਾਜ਼ਨ ਪੇ, ਇਹ ਵਾਈਡਲੀ ਜੋ ਨੇ ਯੂਜ਼ ਕੀਤੀ ਜਾਂਦੀਆਂ ਨੇ। ਔਰ ਬਹੁਤ ਮਤਲਬ ਇਸ 'ਚ ਚੀਜ਼ਾਂ ਦੇਖੋਗੇ ਤੁਸੀਂ ਕਿ ਅੱਜ ਕੱਲ੍ਹ ਤਾਂ ਈਵਨ 10 ਰੁਪਏ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਆ, 5 ਰੁਪਏ ਦੀ, ਬਹੁਤ ਸਾਰੇ ਸਟਰੀਟ ਵੈਂਡਰਸ ਜਿਹੜੇ ਨੇ ਉਹ ਵੀ ਜੋ ਹੈ ਇਹ ਯੂਜ਼ ਕਰਦੇ ਨੇ, ਕਿਉਂਕਿ ਇਹ ਕਾਫੀ ਹੈਂਡੀ ਹੁੰਦੀ ਹੈ। ਮਤਲਬ ਤੁਸੀਂ ਨਾਲ ਦੀ ਨਾਲ ਯੂ ਡੋਂਟ ਹੈਵ ਟੂ ਕੈਰੀ ਕੈਸ਼ ਵਿਦ ਯੂ, ਬਸ ਇੱਕ ਜਸਟ ਇੰਟਰਨੈਟ ਕਨੈਕਸ਼ਨ ਚਾਹੀਦਾ ਅਤੇ ਤੁਸੀਂ ਨਾਲ ਦੀ ਨਾਲ ਪੇਮੈਂਟ ਵਗੈਰਾ ਇਹਦੇ 'ਚ ਕਰ ਸਕਦੇ ਹੋ। UPI 'ਚ ਦੇਖੋ, UPI ਸਟਾਰਟ ਕਰਨ ਦੀ ਪ੍ਰੋਸੈਸ ਕੀ ਹੈ। ਸਭ ਤੋਂ ਪਹਿਲਾਂ ਕਿ ਤੁਹਾਨੂੰ ਕੋਈ UPI ਐਪ ਜੋ ਹੈ ਡਾਊਨਲੋਡ ਕਰਨੀ ਪਊਗੀ ਫਰੋਮ ਪਲੇ ਸਟੋਰ। ਮੰਨ ਲਓ ਤੁਸੀਂ ਗੂਗਲ ਪੇ ਕਰਤਾ, ਤੁਸੀਂ ਉਸਨੂੰ ਇੰਸਟਾਲ ਕਰੋਗੇ ਫ਼ੋਨ 'ਚ, ਦੈਨ ਤੁਸੀਂ ਸੈਟਅਪ ਕਰੋਗੇ ਲੌਗਇਨ ਨੰਬਰ। ਕੋਈ ਵੀ ਲੌਗਇਨ ਨੰਬਰ ਤੁਸੀਂ ਆਪਣੇ ਅਕੋਰਡਿੰਗਲੀ ਸੈਟਅਪ ਕਰ ਸਕਦੇ ਹੋ। ਫਿਰ ਇੱਕ ਵਰਚੁਅਲ ਐਡਰੈਸ ਜੋ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਕਿ ਜਿਵੇਂ ਕਿ ਕਿਸੇ ਵਰਚੁਅਲ ਐਡਰੈਸ ਸੈੱਟ ਕਰਤਾ, ਜਿਵੇਂ ਕਿ ਕੋਈ ਨੰਬਰ ਹੈ 982364 ਫਲਾਣਾ ਫਲਾਣਾ ਨੰਬਰ ਹੈ, ਅਤੇ ਉਹਦੇ 'ਚ ਲਿਖਦਾ @YBL @OKICICI ਸਮਥਿੰਗ ਲਾਈਕ ਦੈਟ। ਇੱਦਾਂ ਵਰਚੁਅਲ ਐਡਰੈਸ ਵਗੈਰਾ ਕ੍ਰੀਏਟ ਕੀਤੇ ਜਾਂਦੇ ਨੇ। ਦੈਨ ਫਿਰ ਉਸ ਤੋਂ ਬਾਅਦ ਐਡ ਯੋਰ ਬੈਂਕ ਅਕਾਊਂਟ, ਤੁਸੀਂ ਆਪਣਾ ਬੈਂਕ ਅਕਾਊਂਟ ਐਡ ਕਰਨਾ ਹੁੰਦਾ ਹੈ। ਦੈਨ MPIN, ਇੱਕ ਮੋਬਾਈਲ ਪਿਨ ਜੋ ਹੈ ਉਹ ਸਿਲੈਕਟ ਕਰਨੀ ਹੁੰਦੀ ਹੈ। ਦੈਨ ਤੁਸੀਂ ਫਿਰ UPI ਦੇ ਥਰੂ ਜੋ ਹੈ ਟ੍ਰਾਂਜੈਕਸ਼ਨ ਸਟਾਰਟ ਕਰ ਸਕਦੇ ਹੋ। ਅਤੇ ਇਹ ਕਾਫੀ ਈਜ਼ੀ ਹੈ, ਇਹ ਤੁਸੀਂ ਈਵਨ ਆਪ ਵੀ ਇੱਕ ਵਾਰ ਫ਼ੋਨ ਦੇ ਵਿੱਚ, ਕਿਉਂਕਿ ਬਿਕੋਜ਼ ਇੱਥੇ ਮੈਂ ਦੱਸਤਾ ਠੀਕ ਹੈ। ਜਦੋਂ ਵੈਸੇ ਤਾਂ ਮੈਨੂੰ ਲੱਗਦਾ ਇੱਦਾਂ ਕਿ ਹਾਂ ਤੁਹਾਡੇ ਕੋਲ ਇਹ ਹੋਊਗੀ, ਬਟ ਅਗਰ ਨਹੀਂ ਹੈ ਨਾ, ਤੁਸੀਂ ਇੱਕ ਵਾਰ ਖੁਦ ਟਰਾਈ ਕਰੋ। ਬਿਕੋਜ਼ ਅਸੀਂ ਅਗਰ ਖੁਦ ਕੋਈ ਚੀਜ਼ਾਂ ਟਰਾਈ ਕਰਦੇ ਨੇ, ਉਹ ਲੌਂਗ ਟਰਮ ਮੈਮਰੀ ਦੇ ਵਿੱਚ ਸਾਡੀਆਂ ਰਹਿੰਦੀਆਂ ਨੇ, ਮਤਲਬ ਵਿਜ਼ੂਅਲਾਈਜ਼ ਹੋ ਜਾਂਦਾ ਸਭ ਕੁਛ ਇੱਕ ਵਾਰ, ਠੀਕ ਹੈ। ਅਤੇ ਅੱਗੇ ਅਸੀਂ ਚੱਲਦੇ ਹਾਂ, ਅੱਗੇ ਗੱਲ ਕਰਦੇ ਹਾਂ P2P UPI ਪੇਮੈਂਟ ਪ੍ਰੋਸੈਸਿੰਗ। ਇਹਦੇ 'ਚ ਕੀ ਹੁੰਦਾ ਹੈ, ਦੇਖੋ ਇਹੀ UPI ਬਾਰੇ ਇਹ ਮੈਂ ਤੁਹਾਨੂੰ ਉਹ ਵੀ ਦੱਸਦੀ ਹਾਂ, ਜੋ IMPS ਸੀਗਾ ਉਹਦੇ ਵੀ ਦੱਸਦੀ ਹਾਂ, ਜੋ ਮੈਂ ਬੋਲ ਰਹੀ ਸੀ ਨਾ P2P ਕੀ ਹੁੰਦਾ ਹੈ। ਦੇਖੋ ਪਹਿਲਾਂ ਇਹਦੇ 'ਚ ਦੇਖ ਲੈਂਦੇ ਆ ਕੀ ਹੈ। ਇਹ ਦੱਸਣ ਤੋਂ ਪਹਿਲਾਂ ਨਾ ਮੈਂ ਤੁਹਾਨੂੰ PPI ਬਾਰੇ ਦੱਸ ਹੀ ਦਿੰਦੀ ਹਾਂ, ਬਿਕੋਜ਼ ਬਾਰ ਉਹ ਵਰਡ ਫਿਰ ਜਿਹੜਾ ਹੈਗਾ ਮੈਨੂੰ ਲੱਗੂਗਾ ਕਿ ਮੈਨੂੰ ਯਾਦ ਨਹੀਂ ਰਿਹਾ, ਅਤੇ ਮੈਂ ਉਹ ਕਲੀਅਰ ਕਰ ਦਿੰਦੀ ਹਾਂ ਇੱਥੇ। ਇੱਕ ਸੈਕਿੰਡ, PPI ਕੀ ਹੁੰਦਾ ਹੈ। PPI ਹੈ ਕਿ ਇਸ 'ਚ ਤੁਸੀਂ ਕਿਆ ਕਰਦੇ ਹੋ, ਇਹਦੇ ਵਿੱਚ ਨਾ ਜੋ ਤੁਹਾਡੇ ਇਹ ਪੇਮੈਂਟ ਸਿਸਟਮ ਦੇ ਐਪਸ ਨੇ, ਲਾਈਕ ਪੇਟੀਐਮ, ਫ਼ੋਨਪੇ, ਐਮਾਜ਼ਨ ਔਨ UPI, ਠੀਕ ਹੈ। ਇਹ ਸਾਰੇ ਜਿਹੜੇ ਨੇ ਇਹ ਤੁਹਾਨੂੰ ਪਤਾ ਹੈ ਕਿ ਔਥੋਰਾਈਜ਼ ਕਰੇ ਗਏ ਨੇ ਬਾਏ RBI। ਸੌਰੀ ਗਾਈਜ਼, ਐਕਚੁਅਲੀ ਮੈਨੂੰ ਨਾ ਥੋੜ੍ਹਾ ਕੰਮ ਪੈ ਗਿਆ, ਅਤੇ ਹੁਣ ਵੀ ਅਗਰ ਵੇਖਿਆ ਜਾਵੇ ਤਾਂ ਬਹੁਤ ਚੀਜ਼ਾਂ ਪਈਆਂ ਨੇ ਡਿਸਕਸ ਕਰਨ ਲਈ। ਅਤੇ ਉਹ ਜੋ ਚੀਜ਼ਾਂ ਹੈ ਉਹ ਫਿਰ ਅਸੀਂ, ਜਿਵੇਂ ਕਿ ਤੁਸੀਂ ਦੇਖ ਲਓ ਕਿ 42 ਸਲਾਈਡਸ ਨੇ ਟੋਟਲ, ਹਜੇ ਤੱਕ ਅਸੀਂ ਅਰਾਊਂਡ 16 ਹੀ ਕਵਰ ਅਪ ਕੀਤੀਆਂ ਨੇ। 16 ਨਹੀਂ, ਆਈ ਥਿੰਕ, ਹਾਂਜੀ ਇੱਥੇ ਤੱਕ ਨਾ 17 ਕਵਰ ਅਪ ਕਰੀਆਂ ਨੇ, ਅਤੇ ਹਜੇ ਵੀ ਸਾਡੀ ਸਲਾਈਡਸ ਪਈਆਂ ਨੇ। ਸੋ ਉਹ ਮੈਂ ਜੋ ਸਾਡਾ ਅਪਕਮਿੰਗ ਵੀਡੀਓ ਆਊਗੀ ਉਹਦੇ 'ਚ ਮੈਂ ਕਵਰ ਅਪ ਕਰ ਦਾਂਗੀ। ਡੋਂਟ ਵਰੀ, ਅਗਰ ਤੁਹਾਨੂੰ ਉਸ ਤੋਂ ਬਾਅਦ ਵੀ ਕੋਈ ਡਾਊਟ ਵਗੈਰਾ ਆਉਂਦਾ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਅਤੇ ਆਈ ਹੋਪ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਅਗਰ ਮੈਂ ਇਹਨੂੰ ਨੈਕਸਟ ਵੀਡੀਓ ਦੇ ਵਿੱਚ ਕਵਰ ਅਪ ਕਰਵਾ ਦੇਵਾਂ, ਬਿਕੋਜ਼ ਆਈ ਹੈਵ ਟੂ ਗੋ ਸਮਵੇਅਰ, ਕਾਫੀ ਅਰਜੈਂਟ ਹੈ। ਅਤੇ ਫਿਰ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ, ਕੀਪ ਰਿਵਾਈਜ਼ਿੰਗ ਐਂਡ ਡੂ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ। We'll meet you next video.